ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਇਹ ਰਾਗਣੀ ਹੈ। ਬਾਣੀ ਭਗਤ ਸ਼੍ਰੋਮਣੀ ਭਗਤ ਭਗਤ ਨਾਮਦੇਵ, ਇਹਨਾਂ ਦਾ ਗੁਰਬਾਣੀ ਦੇ ਅੰਦਰ ਭਗਤ ਨਾਮਦੇਵ, ਭਗਤ ਨਾਮਦੇਵ, ਭਗਤ ਨਾਮਾ, ਉਹ ਜੀ ਮੈਂ ਜੀ ਨਾਮਾ, ਇਸ ਤਰ੍ਹਾਂ ਬੜੇ ਸਤਿਕਾਰ ਵਾਲੇ ਬੜੇ ਪਿਆਰੇ ਸ਼ਬਦ ਜੋ ਇਹਨਾਂ ਦੇ ਨਾਮ ਨੂੰ ਸੰਬੋਧਿਤ ਕਰਦੇ ਨੇ ਗੁਰਬਾਣੀ ਦੇ ਅੰਦਰ ਦਰਜ ਹਨ। ਇੱਥੇ ਨਾਮਦੇਵ ਜੀ, ਭਗਤ ਨਾਮ ਦੇਵ ਜੀ ਦਾ ਇਹ ਸ਼ਬਦ, ਜਿਸ ਦੀ ਪ੍ਰਾਰੰਭਤਾ ਤੇ ਵਸਤੂ ਨਿਰਦੇਸ਼ਕ ਮੰਗਲਾਚਰਨ ਹੈ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ, ਸਤ ਸੱਤਾ ਵਾਲਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤ ਚਿਤ ਆਨੰਦ ਸੱਚ ਦਾ ਆਨੰਦ ਹੈ। ਇੱਕ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ, ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਬ੍ਰਹਮ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੀ। ਗਹਿਰੀ ਕਰਕੇ ਨੀਵ ਖੁਦਾਈ, ਉਪਰ ਮੰਡਪ ਛਾਈ। ਧੰਨ ਗੁਰਬਾਣੀ ਦਾ ਇੱਕ ਆਸਾ ਹੈ, ਪ੍ਰਯੋਜਨ। ਹਰ ਇੱਕ ਮਨੁੱਖ ਦੇ ਜੀਵਨ ਦਾ ਇੱਕ ਪ੍ਰਯੋਜਨ ਹੁੰਦਾ ਹੈ। ਇਸੇ ਤਰ੍ਹਾਂ ਹਰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰ ਦੇ ਅੰਦਰ ਜਿਵੇਂ ਗੁਰੂ ਜੀ ਦਾ ਗੁਰਬਾਣੀ ਦਾ ਜੋ ਪ੍ਰਯੋਜਨ ਹੈ, ਉਹ ਹੈ ਕਿ ਇਸ ਮਨੁੱਖ ਦਾ ਸੰਸਾਰ ਦੇ ਨਾਲੋਂ ਕਿਵੇਂ ਨਾ ਕਿਵੇਂ ਮੋਹ ਤੋੜ ਕੇ ਇਹਦਾ ਪ੍ਰੇਮ ਜਿਹੜਾ ਉਹ ਨਾਮ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਪਾਇਆ ਜਾਵੇ। ਇਸ ਦੇ ਲਈ ਫਿਰ ਗੁਰੂ ਮਹਾਰਾਜ ਜੀ ਬੜੇ ਦ੍ਰਿਸ਼ਟਾਂਤ ਦਿੰਦੇ ਨੇ, ਜਿਵੇਂ ਇਸ ਪਾਵਨ ਸ਼ਬਦ ਦੇ ਅੰਦਰ ਬੜੇ ਦ੍ਰਿਸ਼ਟਾਂਤ ਦਿੱਤੇ ਨੇ ਜੋ ਸਾਡੇ ਤੋਂ ਪਹਿਲੂ ਹੋ ਗੁਜਰੇ ਨੇ। ਬੜੇ ਬਲਵਾਨ ਸਨ, ਬੜੇ ਯੋਧੇ ਸਨ, ਬੜੀਆਂ ਲੰਮੀਆਂ ਲੰਮੀਆਂ ਉਮਰਾਂ ਉਹਨਾਂ ਨੇ ਭੋਗੀਆਂ, ਪਰ ਰਹਿ ਨਹੀਂ ਸਕੇ। ਨਾ ਰਹਿ ਸਕਣ ਕਾਰਨ ਫਿਰ ਇਹ ਸੰਸਾਰ ਹੈ ਜਿਹੜਾ ਇਹ ਚਲਾਇਮਾਨ ਹੋ ਗਿਆ। ਬਈ ਇੱਥੇ ਕੋਈ ਰਹਿ ਨਹੀਂ ਸਕਦਾ। ਚਲਾਇਮਾਨ ਤੋਂ ਭਾਵ ਜੋ ਆਇਆ ਸੋ ਚਲ ਸੀ, ਸਭ ਕੁਝ ਆਈ ਵਾਰੀ। ਜਿਹੜਾ ਆਇਆ ਉਹਨੇ ਚਲੇ ਜਾਣਾ ਹੈ ਤੇ ਜਾਣਾ ਹੈ ਆਪੋ ਆਪਣੀ ਵਾਰੀ ਦੇ ਨਾਲ। ਤੇ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਦ੍ਰਿਸ਼ਟਾਂਤ ਦੇ ਕੇ ਉਹਨਾਂ ਪ੍ਰਾਤਨ ਰਿਸ਼ੀਆਂ ਮੁਨੀਆਂ ਯੋਧੇ ਸੂਰਬੀਰਾਂ ਦਾ ਨਾਂ ਦੱਸ ਕੇ ਇਸ ਸੰਸਾਰ ਦਾ ਜਿਹੜਾ ਮੋਹ ਹੈ ਇਹ ਤਿਆਗਣ ਦੇ ਲਈ ਪ੍ਰੇਰਨਾ ਦਿੰਦੇ ਨੇ। ਤੇ ਜੋ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਆਸਾ ਹੈ, ਪ੍ਰਯੋਜਨ ਹੈ, ਨਾਮ ਦੇ ਨਾਲ ਜੋੜਨਾ, ਪ੍ਰਭੂ ਪਰਮਾਤਮਾ ਦੇ ਵਿੱਚ ਪ੍ਰੀਤ ਹੋਣੀ, ਉਸ ਪਾਸੇ ਨੂੰ ਖਿੱਚ ਪੈਦਾ ਕਰਦੇ ਨੇ। ਧੰਨ ਗੁਰਬਾਣੀ ਕਿਰਪਾ ਕਰਦੀ ਹੈ। ਗਹਿਰੀ, ਗਹਿਰੀ ਦਾ ਅਰਥ ਹੁੰਦਾ ਡੂੰਘੀ, ਕਰਕੇ, ਡੂੰਘੀ ਕਰਕੇ ਭਾਵ ਕਾਫੀ ਡੂੰਘੀ ਖੁਦਾਈ ਕੀਤੀ ਗਈ ਹੈ। ਨੀਵ ਤੇ ਨਿਉ ਜਿਹੜੀ ਖੁਦਾਈ, ਇਸ ਤਰ੍ਹਾਂ ਅਸੀਂ ਉਹਨੂੰ ਖੁਦਵਾਣਾ ਕੀਤਾ ਹੈ। ਉੱਪਰ ਮੰਡਪ ਵਿਛਾਏ, ਬੜੀ ਡੂੰਘੀ ਨੀਂਹ ਪੁੱਟੀ ਗਈ ਹੈ, ਉਸ ਦੀ ਖੁਦਾਈ ਕੀਤੀ ਗਈ ਹੈ। ਪੁੱਟ ਕੇ ਖੁਦਾਈ ਕਰਕੇ ਫਿਰ ਚੰਗੀ ਤਰ੍ਹਾਂ ਉਹਦੇ ਵਿੱਚ ਮਜ਼ਬੂਤੀ ਕੀਤੀ ਗਈ ਹੈ ਤੇ ਉਹਦੇ ਉੱਤੇ ਫਿਰ ਮੰਡਪ ਕਹਿੰਦੇ ਨੇ ਮਹਿਲ ਨੂੰ। ਉਹਦੇ ਉੱਤੇ ਫਿਰ ਮਹਿਲ, ਅੱਜ ਕੱਲ੍ਹ ਅਸੀਂ ਕੋਠੀਆਂ ਕਹਿਣ ਲੱਗ ਗਏ ਹਾਂ, ਉਹਦੇ ਉੱਤੇ ਫਿਰ ਬੜੇ ਮਹਿਲ ਮੁਨਾਰੇ ਜਾਂ ਕੋਠੀਆਂ ਨੇ ਜਿਹੜੀਆਂ ਉਹ ਛਾਏ ਬਣਾਏ ਜਾਂਦੇ ਹਨ, ਉਹਨਾਂ ਨੂੰ ਛਾਇਆ ਜਾਂਦਾ, ਉੱਪਰ ਤਿਆਰ ਕਰਿਆ ਜਾਂਦਾ ਹੈ ਜੀ। ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਨ ਧਰ ਮੂਲ ਬੁਲਾਏ। ਹੁਣ ਇਹ ਤੇ ਭਗਤ ਨਾਮਦੇਵ ਜੀ ਦ੍ਰਿਸ਼ਟਾਂਤ ਦਿੰਦੇ ਨੇ ਮਾਰਕੰਡੇ, ਜਿਨ੍ਹਾਂ ਦੇ ਨਾਂ ਤੇ ਮਾਰਕੰਡਾ ਦਰਿਆ ਹੈ। ਇਸ ਦਰਿਆ ਤੇ ਇਹਨਾਂ ਨੇ ਆਪਣਾ ਜੀਵਨ ਸੀ ਜਿਹੜਾ ਉਹ ਵਿਚਰਨਾ ਕੀਤਾ ਸੀ। ਤੇ ਜਿਤਨੇ ਵੀ ਤਕਰੀਬਨ ਇਹ ਦਰਿਆ ਨੇ, ਇਹ ਕਿਸੇ ਨਾ ਕਿਸੇ ਰਿਸ਼ੀ ਮੁਨੀ ਦੇ ਨਾਲ ਜੁੜੇ ਹੋਏ ਨੇ।
ਕਿਸੇ ਨਾ ਕਿਸੇ ਰਿਸ਼ੀ ਮੁਨੀ ਦੇ ਨਾਲ ਇਹਨਾਂ ਦਾ ਨਾਮ ਹੈ ਜਿਹੜਾ ਉਹ ਜੋੜਿਆ ਗਿਆ ਹੈ। ਇਹ ਮਾਰਕੰਡੇ ਰਿਸ਼ੀ ਹੋਏ ਨੇ ਜਦੋਂ ਇਹਨਾਂ ਨੇ ਜਨਮ ਲਿਆ ਸੀ। ਇਹਨਾਂ ਦੇ ਪਿਤਾ ਜੀ ਸਮੁੰਦਰਿਕ ਗ੍ਰੰਥ ਦੇ ਗਿਆਤਾ ਸਨ। ਉਹਨਾਂ ਨੇ ਵੇਖਿਆ ਵੀ ਬੱਚੇ ਦੀ ਉਮਰ ਹੈ ਜਿਹੜੀ ਇਹ ਤਾਂ ਥੋੜੀ ਹੈ, ਕੁਝ ਇੱਕ ਸਾਲਾਂ ਦੀ ਹੈ। ਇਹ ਉਦਾਸ ਰਹਿਣ ਲੱਗ ਗਏ ਤੇ ਮਾਰਕੰਡੇ ਨੇ ਜਦੋਂ ਥੋੜੀ ਜੀ ਸੁਰਤ ਜੀ ਸੰਭਾਲੀ, ਜਿਵੇਂ 5, 7, 10 ਸਾਲ ਦਾ ਬੱਚਾ ਹੁੰਦਾ ਹੈ, ਇਹਨੇ ਪੁੱਛਿਆ ਪਿਤਾ ਜੀ ਮੈਂ ਤੁਹਾਨੂੰ ਕਦੀ ਖੁਸ਼ ਨਹੀਂ ਵੇਖਿਆ, ਮਾਤਾ ਜੀ ਮੈਂ ਤੁਹਾਨੂੰ ਕਦੀ ਖੁਸ਼ ਨਹੀਂ ਵੇਖਿਆ। ਤੇ ਇੱਕ ਦਿਨ ਇਹਨਾਂ ਨੇ ਆਪਣੀ ਵੇਦਨਾ ਦੱਸ ਦਿੱਤੀ, ਆਪਣਾ ਦੁੱਖ ਦੱਸ ਦਿੱਤਾ ਵੀ ਪੁੱਤਰ ਤੂੰ ਸਾਡੇ ਕੋਲ ਨਹੀਂ ਰਹਿਣਾ, ਤੇਰੀ ਉਮਰ ਬੜੀ ਥੋੜੀ ਹੈ। ਇਹਨੇ ਫਿਰ ਪ੍ਰਭੂ ਪਰਮਾਤਮਾ ਦੀ ਭਗਤੀ ਬੰਦਗੀ ਸਿਮਰਨ ਕੀਤਾ। ਪ੍ਰਭੂ ਪਰਮਾਤਮਾ ਦੀ ਭਗਤੀ ਬੰਦਗੀ ਸਿਮਰਨ ਕਰਨ ਦੇ ਨਾਲ ਇਹਨੇ ਆਪਣੇ ਜੀਵਨ ਨੂੰ ਫਿਰ ਬੜਾ ਲੰਬੇਰਾ ਕਰ ਲਿਆ ਮਾਤਾ ਪਿਤਾ ਦੀ ਖੁਸ਼ੀ ਦੇ ਲਈ। ਇਹਦੇ ਜੀਵਨ ਦਾ ਇੱਕ ਸਿਧਾਂਤ ਸੀ, ਤਕਰੀਬਨ ਇਹਦੀ ਉਮਰ ਹੈ ਜਿਹੜੀ ਤੁਸੀਂ ਅੱਜ ਦੇ 500 ਸਾਲ ਮੰਨ ਲਓ ਵੀ ਜਿਵੇਂ ਅੱਜ ਕੋਈ ਬੰਦਾ 500 ਸਾਲ ਜਿਵੇਂ ਨਾ, ਉਦੋਂ ਆਪਣੇ ਸਮੇਂ ਦੀ ਜੋ ਇਹਨਾਂ ਦੀ ਉਮਰ ਸੀ ਉਸ ਤੋਂ 5 ਗੁਣਾ ਇਹਦੀ ਉਮਰ। ਮਾਰਕੰਡੇ ਭਰਾ ਨੇ ਉਹਦੇ ਵਿੱਚ ਇਹਦਾ ਸਾਰਾ ਇਸ ਤਰ੍ਹਾਂ ਦ੍ਰਿਸ਼ਟਾਂਤ ਹੁੰਦਾ ਹੈ ਜੋ ਇਸ ਰਿਸ਼ੀ ਦਾ, ਮਾਰਕੰਡੇ ਰਿਸ਼ੀ ਦਾ ਹੀ ਲਿਖਿਆ ਹੋਇਆ ਹੈ। ਤੇ ਜੋ ਚੰਡੀ ਚਰਿੱਤਰ ਹੈ ਇਹ ਵੀ ਮਾਰਕੰਡੇ ਪੁਰਾਣ ਦੇ ਵਿੱਚੋਂ 10ਵੇਂ ਪਾਤਸ਼ਾਹ ਨੇ ਉਲੱਥਾ ਕੀਤਾ ਹੈ ਆਮ ਅੱਖਾਂ 'ਚ ਬੋਲੀ 'ਚ। ਰੋਹ ਵਿਚਾਰ ਮੈਂ ਉਧਰ ਨਾ ਜਾਵਾਂ, ਜੋ ਧੰਨ ਗੁਰਬਾਣੀ ਸਾਨੂੰ ਦੱਸ ਰਹੀ ਹੈ ਆਪਾਂ ਉਹਨੂੰ ਸੀਮਤ ਰਹਿ ਕੇ ਤੇ ਵਿਚਾਰਾ ਕਰੀਏ। ਮਾਰਕੰਡੇ ਤੇ ਕੋ ਅਦਕਾਈ। ਹੁਣ ਵੇਖੋ ਮਾਰਕੰਡੇ ਰਿਸ਼ੀ ਹੋਇਆ ਹੈ ਜਿੰਦੀ ਆਪਣੇ ਸਮੇਂ ਦੀ ਜੋ ਉਮਰ ਸੀ ਉਸ ਉਮਰ ਤੋਂ 5 ਗੁਣਾ ਜ਼ਿਆਦੀ ਉਮਰ ਇਸ ਦੀ ਹੋ ਗਈ ਸੀ। ਪਰ ਇਹਨੇ ਇਸ ਤਰ੍ਹਾਂ ਕੋਈ ਮਕਾਨ ਨਹੀਂ ਸੀ ਬਣਾਇਆ ਜਿਹੜੀ ਗੱਲ ਦੱਸਣ ਵਾਲੀ ਹੈ। ਇਹਨੇ ਆਪਣੇ ਰਹਿਣ ਦੇ ਵਾਸਤੇ ਕੋਈ ਆਸਰਾ ਨਹੀਂ ਸੀ ਬਣਾਇਆ। ਫਿਰ ਕੀ ਕਰਦਾ ਸੀ, ਇਹਨੇ ਕੀ ਕੀਤਾ, ਜਿਵੇਂ ਛਤਰੀ ਹੁੰਦੀ ਹੈ ਨਾ, ਇਸ ਤਰ੍ਹਾਂ ਛਤਰੀ ਦੀ ਥੱਲੇ ਡੰਡੀ ਹੁੰਦੀ ਹੈ, ਇੱਕ ਡੰਡਾ ਲੈ ਲਿਆ, ਉਹਦੇ ਨਾਲ ਉੱਤੇ ਜਿਵੇਂ ਮਧਾਣੀ ਹੁੰਦੀ ਹੈ ਜਾਂ ਛਤਰੀ ਦੀਆਂ ਜਿਵੇਂ ਤਾਰਾਂ ਜੀਆਂ ਲੱਗੀਆਂ ਹੁੰਦੀਆਂ ਨੇ ਉਸ ਤਰ੍ਹਾਂ ਉਹਦੇ ਉੱਤੇ ਸਿਰੇ ਦੇ ਡੰਡੇ ਬੰਨ੍ਹ ਲਏ। ਉਹਨਾਂ ਦੇ ਨਾਲ ਫਿਰ ਕਾਈ ਦੱਬ ਸੀ ਜਿਹੜੀ ਉਹ ਬੰਨ੍ਹਣਾ ਕੀਤੀ। ਤੇ ਜਦੋਂ ਕਿਤੇ ਵਰਸ਼ਾ ਹੁੰਦੀ ਜਾਂ ਧੁੱਪ ਹੁੰਦੀ ਤੇ ਉਹਨੂੰ ਇਸ ਤਰ੍ਹਾਂ ਉੱਤੇ ਲੈ ਲੈਂਦਾ। ਤੇ ਜੇ ਕਿਤੇ ਰਾਤ ਕੱਟਣੀ ਪੈਂਦੀ ਤੇ ਉਹਨੂੰ ਟੇਢੀ ਜੀ ਰੱਖ ਕੇ ਉਹਦੇ ਥੱਲੇ ਸੌ ਜਾਂਦਾ। ਇਸ ਤਰ੍ਹਾਂ ਇਹਨੇ ਆਪਣਾ ਸਾਰਾ ਜੀਵਨ ਜਿਹੜਾ ਸੀ ਉਹ ਬਤੀਤ ਕੀਤਾ, ਬੜੀ ਭਜਨ ਬੰਦਗੀ ਕੀਤੀ। ਤੇ ਇਹ ਪੁਰਾਣੇ ਜਿਹੜਾ ਮਾਰਕੰਡੇ ਇਹ ਵੀ ਇਸੇ ਦਾ ਲਿਖਿਆ ਹੋਇਆ ਹੈ। ਹੁਣ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਇਹ ਗੱਲ ਇਸ ਕਰਕੇ ਦੱਸ ਰਹੇ ਨੇ, ਗੁਰੂ ਮਹਾਰਾਜ ਜੀ ਮਾਰਕੰਡੇ ਨੂੰ ਯਾਦ ਨਹੀਂ ਕਰ ਰਹੇ ਤੇ ਸਾਨੂੰ ਵੀ ਇਹ ਨਹੀਂ ਕਹਿ ਰਹੇ ਵੀ ਤੁਸੀਂ ਮਾਰਕੰਡੇ ਰਿਸ਼ੀ ਨੂੰ ਯਾਦ ਕਰੋ। ਨਹੀਂ, ਗੁਰੂ ਜੀ ਨੇ ਉਹਦਾ ਦ੍ਰਿਸ਼ਟਾਂਤ ਦਿੱਤਾ ਹੈ। ਜਿਵੇਂ ਸਾਡਾ ਬੱਚਾ ਕਿਤੇ ਗਲਤੀ ਕਰੇ ਤੇ ਅਸੀਂ ਦ੍ਰਿਸ਼ਟਾਂਤ ਦਿੰਦੇ ਹਾਂ ਨਾ, ਵੇਖ ਭਾਈ ਫਲਾਣਿਆਂ ਦਾ ਜਿਹੜਾ ਮੁੰਡਾ ਹੈ ਨਾ ਉਹ ਬੜੀ ਮਿਹਨਤ ਕਰਦਾ ਤੇ ਉਹਨੇ ਬੜੇ ਚੰਗੇ ਸੋਹਣੇ ਨੰਬਰ ਲਏ ਨੇ ਤੇ ਪਾਸ ਹੋ ਗਏ, ਤੇਰੇ ਤੋਂ ਅੱਗੇ ਫਸਟ ਡਿਵੀਜ਼ਨ ਤੇ ਆਏ ਤੇ ਪੁੱਤਰ ਤੂੰ ਵੀ ਪੜ੍ਹਿਆ ਕਰ। ਹੁਣ ਇਹ ਸਾਰੀ ਗੱਲ ਜਿਹੜੀ ਉਸ ਬੱਚੇ ਦੀ ਦੱਸੀ ਗਈ ਹੈ ਮਾਤਾ ਪਿਤਾ ਦੁਆਰਾ, ਉਹ ਇਸ ਕਰਕੇ ਦੱਸੀ ਗਈ ਹੈ ਵੀ ਸਾਡਾ ਪੁੱਤਰ ਵੀ ਪ੍ਰੇਰਿਤ ਹੋਵੇ, ਇਹਦੇ ਅੰਦਰ ਵੀ ਉਤਸੁਕਤਾ ਆਵੇ। ਕਿਉਂਕਿ ਜਦੋਂ ਅਸੀਂ ਸਾਹਮਣੇ ਕੋਈ ਚੀਜ਼ ਨਹੀਂ ਰੱਖਦੇ ਵੀ ਉਹਨੇ ਕਰ ਲਿਆ ਤੇ ਤੇਰੇ ਤੋਂ ਕਿਉਂ ਨਹੀਂ ਹੁੰਦਾ, ਉਹਨੇ ਕਰ ਲਿਆ ਹੈ ਤੇ ਤੇਰੇ ਤੋਂ ਕਿਉਂ ਨਹੀਂ ਹੁੰਦਾ। ਜਿਵੇਂ ਦੋ ਬੱਚੇ ਨੇ, ਇੱਕ ਜਲਦੀ ਉੱਠਦਾ ਇੱਕ ਦੂਜਾ ਉੱਠਦਾ ਨਹੀਂ। ਜਿਹੜਾ ਨਹੀਂ ਉੱਠਦਾ ਫਿਰ ਉਹਨੂੰ ਆਪਾਂ ਕਹਿ ਸਕਦੇ ਨੇ ਵੀ ਤੇਰਾ ਇਹ ਭਰਾ ਹੈ ਜਾਂ ਤੇਰੇ ਨਾਲ ਰਹਿਣ ਵਾਲਾ ਤੇ ਇਹ ਉੱਠਦਾ ਤੇ ਤੂੰ ਕਿਉਂ ਨਹੀਂ ਉੱਠਦਾ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਕਿਹਾ, ਵੇਖੋ ਮਾਰਕੰਡੇ ਦੀ ਆਪਣੇ ਸਮੇਂ ਦੀ ਉਮਰ ਜੋ ਸੀ ਉਸ ਵਕਤ, ਕਿਉਂਕਿ ਉਮਰਾਂ ਬਦਲਦੀਆਂ ਰਹਿੰਦੀਆਂ ਨੇ, ਅੱਜ ਆਪਾਂ 100 ਸਾਲ ਦੇ ਆ, ਪਿੱਛੇ ਦੁਆਪਰ 'ਚ ਚਲੇ ਜਾਈਏ 1000 ਸਾਲ ਸੀ, ਉਸ ਤੋਂ ਪਿੱਛੇ 10,000 ਸਾਲ ਸੀ, ਫਿਰ ਲੱਖ ਵਰਾ ਸੀ। ਜੋ ਆਪਣੇ ਸਮੇਂ ਦੀ ਜਿਹੜੀ ਉਮਰ ਸੀ ਇਹਨੇ 5 ਗੁਣਾ ਕਰ ਲਈ ਸੀ। ਜਿਵੇਂ ਮੰਨ ਲਓ ਵੀ 100 ਸਾਲ ਦੀ ਉਮਰ ਹੋਵੇ ਤੇ 500 ਸਾਲ ਤੱਕ ਪੁਰਾਣੀ ਜੀਂਦਾ ਰਵੇ
ਤੇ ਇਹ ਦ੍ਰਿਸ਼ਟਾਂਤ ਗੁਰੂ ਮਹਾਰਾਜ ਜੀ ਨੇ ਇਸ ਕਰਕੇ ਦਿੱਤਾ ਵੀ ਵੇਖੋ ਮਾਰਕੰਡੇ ਰਿਸ਼ੀ ਸੀ ਜਿਹੜਾ, ਉਹ ਆਪਣੇ ਸਮੇਂ ਦੀ ਉਮਰ ਸੀ ਜਿਹੜੀ, ਉਹਨੂੰ 5 ਗੁਣਾ ਜ਼ਿਆਦਾ ਭੋਗ ਕੇ ਇਸ ਦੁਨੀਆ ਤੋਂ ਗਿਆ ਏ। ਤੇ ਉਹਨੇ ਤਾਂ ਇਸ ਤਰ੍ਹਾਂ ਕੋਈ ਮਹਿਲ ਮਨਾਰੀ ਬਣਾਈ ਨਹੀਂ ਆਪਦੇ ਰਹਿਣ ਵਾਸਤੇ। ਮਾਰਕੰਡੇ ਤੇ ਕੋ ਅਧਿਕਾਈ ਦੱਸੋ, ਉਹਦੇ ਤੋਂ ਵੱਡੀ ਉਮਰ ਵਾਲੇ ਅਸੀਂ ਕਿਵੇਂ ਹੋ ਸਕਦੇ ਹਾਂ। ਜਿਨ ਤ੍ਰਿਣ, ਤ੍ਰਿਣ ਕਹਿੰਦੇ ਨੇ ਕੱਖ ਨੂੰ, ਧਰ ਕਹਿੰਦੇ ਨੇ ਧਰਤੀ, ਮੂੰਡ ਕਹਿੰਦੇ ਨੇ ਸਿਰ ਨੂੰ। ਬੁਲਾਏ ਦਾ ਅਰਥ ਹੁੰਦਾ ਲੁਕਾਉਣਾ। ਜਿੰਨੇ ਵਿਚਾਰੇ ਨੇ ਆਪਣਾ ਸਿਰ ਲੁਕੋਇਆ ਕੱਖਾਂ ਦੇ ਥੱਲੇ, ਅਸੀਂ ਕਹਿੰਦੇ ਨਾ ਆਸਰਾ ਬਣਾਇਆ ਸਿਰ ਢੱਕਣ ਨੂੰ। ਆ ਕਹਿ ਦਿੰਦੇ ਅਸੀਂ ਘਰ ਸੋਹਣਾ ਬਣਾਇਆ ਹੋਵੇ ਤੇ ਫਿਰ ਵੀ ਅਸੀਂ ਜਿਹੜਾ ਕੋਈ ਪੁੱਛੇ ਨਾ, ਸਾਡੀ ਵਡਿਆਈ ਕਰੇ ਵੀ ਬੜੀ ਸੋਹਣੀ ਕੋਠੀ ਪਾ ਲਈਏ, ਤੇ ਅਸੀਂ ਅੱਗੋਂ ਬੜੀ ਨਿਮਰਤਾ ਦੇ ਨਾਲ ਕਹਿ ਦਿੰਦੇ ਆ ਵੀ ਆਸਰਾ ਜਿਹਾ ਬਣਾ ਲਿਆ ਹੈ ਸਿਰ ਢੱਕਣ ਨੂੰ। ਉਵੇਂ ਮੂੰਡ ਬੁਲਾਏ ਆਪਣਾ ਸਿਰ ਢੱਕਣ ਵਾਸਤੇ ਉਹਨੇ ਕਿਹੜੀ ਕੋਠੀ ਪਾਈ ਸੀ? ਤ੍ਰਿਣ ਕੱਖਾਂ ਦੀ। ਕੱਖਾਂ ਦੀ ਇੱਕ ਛਤਰੀ ਟਾਈਪ ਦੀ ਇਸ ਤਰ੍ਹਾਂ ਦੀ ਝੁੱਗੀ ਜੀ ਬਣਾ ਲਈ, ਜਿੱਥੇ ਜੀ ਕਰਦਾ ਉਹ ਡੰਡਾ ਜਾਂ ਮੋਢੇ ਤੇ ਰੱਖ ਕੇ ਤੁਰ ਪੈਂਦਾ, ਤੇ ਜਿੱਥੇ ਭਜਨ ਬੰਦਗੀ ਕਰਨੀ ਹੁੰਦੀ ਉੱਥੇ ਉਹਨੂੰ ਖੜਾ ਕਰਕੇ ਉਹਦੇ ਥੱਲੇ ਬਹਿ ਕੇ ਧੁੱਪ ਛਾਂ ਤੋਂ ਵੀ ਬਚ ਜਾਂਦਾ। ਜੇ ਸੌਣਾ ਹੁੰਦਾ ਉਹਨੂੰ ਟੇਢਾ ਕਰਕੇ ਨਾਲ ਆਪ ਪੈ ਜਾਂਦਾ। ਇਸ ਤਰ੍ਹਾਂ ਭਾਈ ਉਹਨੇ ਆਪਣਾ ਜੀਵਨ ਬਤੀਤ ਕਰ ਦਿੱਤਾ ਹੈ। ਇਤਨੀ ਲੰਮੀ ਉਮਰ ਵਾਲੇ ਮਾਰਕੰਡੇ ਨੇ ਵੀ ਸਾਡੀ ਤਰ੍ਹਾਂ ਇਸ ਤਰ੍ਹਾਂ ਜਿਹੜੀਆਂ ਡੂੰਘੀਆਂ ਨਿਯਮਾਂ ਕਰਕੇ, ਗਹਿਰੀਆਂ ਖੋਦ ਕੇ, ਮਜ਼ਬੂਤੀ ਕਰਕੇ ਕੋਠੀ ਨਹੀਂ ਬਣਾਣੀ ਕੀਤੀ ਹੈ ਜੀ। ਹਮਰੋ ਕਰਤਾ ਰਾਮ ਸਨੇਹੀ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਵੀ ਆਖਦੇ ਨੇ ਸਾਨੂੰ ਵੀ ਫਿਰ ਲੋੜ ਕੋਈ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਨੇ ਸਾਨੂੰ ਵੀ ਕੋਈ ਲੋੜ ਨਹੀਂ। ਜਦੋਂ ਮਾਰਕੰਡੇ ਦੀ ਏਡੀ ਵੱਡੀ ਉਮਰ ਸੀ ਤੇ ਉਹਨੇ ਮਹਿਲ ਮਨਾਰੇ ਕਿਲੇ ਨਹੀਂ ਬਣਾਏ, ਤੇ ਫਿਰ ਸਾਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਅਸੀਂ ਵੀ ਝੁੱਗੀ 'ਚ ਹੀ ਟਾਈਮ ਪਾਸ ਕਰ ਲਾਂਗੇ। ਭਗਤ ਨਾਮਦੇਵ ਜੀ ਕਹਿੰਦੇ ਨੇ ਅਸੀਂ ਵੀ ਝੁੱਗੀ 'ਚ ਹੀ ਸਮਾਂ ਪਾਸ ਕਰ ਲਾਂਗੇ। ਹਮਰੋ ਕਰਤਾ ਰਾਮ ਸਨੇਹੀ, ਕਿਉਂਕਿ ਸਾਡਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਕਰਨ ਵਾਲਾ ਹੈ ਨਾ, ਸਾਡਾ ਉਹਦੇ ਨਾਲ ਪ੍ਰੇਮ ਹੈ। ਅਸੀਂ ਆਪਣਾ ਉਹਦੇ ਨਾਲ ਪ੍ਰੇਮ ਬਣਾਈ ਰੱਖਣਾ ਹੈ, ਤੇ ਪ੍ਰੇਮ ਤਾਂ ਹੀ ਬਣੇਗਾ ਤੇ ਜਿਤਨਾ ਉਹਨੇ ਦਿੱਤਾ ਹੈ ਉਹਦੇ ਵਿੱਚ ਹੀ ਜੇ ਅਸੀਂ ਸਬਰ ਕਰ ਲਈਏ ਤੇ ਫਿਰ ਸਾਡਾ ਪ੍ਰੇਮ ਬਣਿਆ ਰਹੇਗਾ। ਜੇ ਉਹਨੇ ਦਿੱਤਾ ਹੈ ਉਹਦੇ 'ਚ ਸਾਡਾ ਸਬਰ ਨਹੀਂ, ਅਸੀਂ ਰੱਬ ਨੂੰ ਉਲਾਮੇ ਦੇਈ ਗਏ ਆ, ਲੈ ਫਲਾਣੇ ਦੇ ਤਾਂ ਇਸ ਤਰ੍ਹਾਂ ਤੇ ਮੈਨੂੰ ਤੂੰ ਇਸ ਤਰ੍ਹਾਂ ਕਰ ਰੱਖਿਆ ਹੈ, ਤੇ ਜਦੋਂ ਇਸ ਤਰ੍ਹਾਂ ਉਲਾਮੇ ਦਈਏ ਫਿਰ ਸ਼ਰੀਕਾ ਬਣ ਜਾਂਦਾ ਹੈ। ਫਿਰ ਜਿਹੜਾ ਪਿਆਰ ਹੈ ਨਾ, ਪਿਆਰ ਨਹੀਂ ਰਹਿੰਦਾ, ਸ਼ਰਧਾ ਨਹੀਂ ਰਹਿੰਦੀ, ਭਾਵਨਾ ਨਹੀਂ ਰਹਿੰਦੀ। ਤਾਂ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਦੁਨੀਆ ਵਾਲਿਓ ਸਾਨੂੰ ਝੁੱਗੀ ਚੰਗੀ ਹੈ, ਕਿਉਂਕਿ ਸਾਡਾ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਬਣਿਆ ਹੋਇਆ ਹੈ ਜੀ। ਕਾਹੇ ਰੇ ਨਰ ਗਰਭ ਕਰਤ ਹੋ, ਮਿਲ ਸਜਾਏ ਝੂਠੀ ਦੇਹੀ। ਇਹ ਉੱਚੇ ਮਹਿਲ ਮਨਾਰਿਆਂ ਵਾਲਿਓ, ਮੰਡਲਾਂ ਵਾਲਿਓ, ਕਾਹਦੇ ਲਈ ਇਸ ਮਿੱਟੀ ਦਾ ਤੁਸੀਂ ਹੰਕਾਰ ਕਰਦੇ ਹੋ? ਬਿਨਸ ਜਾਏ, ਬਿਨਸ ਦਾ ਅਰਥ ਹੁੰਦਾ ਨਾਸ ਹੋ ਜਾਣਾ, ਨਾਸ ਹੋ ਜਾਵੇਗੀ ਝੂਠੀ। ਇਹ ਸਰੀਰ ਜਿਹੜਾ ਝੂਠਾ ਇਹਨੇ ਨਾਸ ਹੋ ਜਾਣਾ, ਇਹਨੇ ਨਹੀਂ ਰਹਿਣਾ। ਜਦੋਂ ਸਰੀਰ ਨੇ ਨਹੀਂ ਰਹਿਣਾ ਤੇ ਫਿਰ ਸਰੀਰ ਦੇ ਰਹਿਣ ਵਾਸਤੇ ਇਤਨਾ ਸਿਆਪਾ ਕਿਉਂ ਅਸੀਂ ਪੇਟੀਏ? ਕਾਹਦੇ ਲਈ ਇਤਨਾ ਵਕਤ ਜਿਹੜਾ ਉਹ ਕਰਨਾ ਕਰੀਏ ਜੀ। ਰਹਾਉ ਮੇਰੇ ਮੇਰੇ ਕਹਿਰੋ ਕਰਤੇ, ਦੁਰਜੋਧਨ ਸੇ ਭਾਈ। ਅੱਗੇ ਵਿਸ਼ਰਾਮ ਲਾ ਕੇ ਹੋਰ ਦ੍ਰਿਸ਼ਟਾਂਤ ਦਿੰਦੇ ਨੇ ਸਾਨੂੰ। ਮੇਰੀ ਮੇਰੀ ਕਹਿਰੋ, ਇੱਕ ਕਹਿਰੋ ਸਨ ਨਾ ਜਿਹੜੇ ਦੁਰਜੋਧਨ ਦੇ ਭਰਾ ਸਨ, ਇਹ 100 ਸੀ ਇਹਨਾਂ ਦੀ ਗਿਣਤੀ। ਇਹ ਵੀ ਥੋੜਾ ਜਿਹਾ ਨਾ ਆਪਾਂ ਇਹਨਾਂ ਦਾ ਪਿਛੋਕੜ ਜਿਹੜਾ ਥੋੜਾ ਜਿਹਾ ਉਹਦਾ ਵੀ ਗਿਆਨ ਇੱਕ ਦਾਇਰੇ ਦੇ ਵਿੱਚ ਰਹਿ ਕੇ ਤੇ ਵਿਚਾਰ ਲਈਏ। ਇਹ ਪਾਂਡਵਾਂ ਦੀ ਮਾਤਾ ਤੇ ਕੌਰਵਾਂ ਦੀ ਮਾਤਾ, ਇਹ ਦੋਵੇਂ ਸਕੀਆਂ ਭੈਣਾਂ ਨੇ। ਤੇ ਜਿਹੜਾ ਪੰਡੂ ਰਾਜਾ ਸੀ ਉਹਦੇ ਤੋਂ ਅੱਗੇ ਇਹਨਾਂ ਦੀ ਜਿਹੜੀ ਇਹ ਪੀੜ੍ਹੀ ਆਈ ਸੀ, ਅਚਨਾ ਚੇਤ ਕੋਈ ਇਸ ਤਰ੍ਹਾਂ ਦਾ ਭਾਣਾ ਵਰਤਿਆ ਕਿ ਦੋਵੇਂ ਭਰਾ ਨੇ ਜਿਹੜੇ ਇਹ ਸਰੀਰ ਛੱਡ ਗਏ। ਤੇ ਵਿਆਸ ਭਗਤ ਨੂੰ ਜਾ ਕੇ ਆਖਿਆ ਗਿਆ ਵੀ ਤੂੰ ਇਹਨਾਂ ਦੋਵਾਂ ਨੂੰ ਨਾ ਆਪਣੀਆਂ ਪਤਨੀਆਂ ਬਣਾ ਲਾ ਤੇ ਰਾਜ ਭਾਗ ਸਾਰਾ ਸਾਂਭ ਲਾ। ਵਿਆਸ ਭਗਤ ਨੇ ਆਖਿਆ ਮੈਂ ਤਾਂ ਇਹ ਕੰਮ ਕਰਦਾ ਨਹੀਂ, ਮੈਂ ਤਾਂ ਕੇਵਲ ਉਸ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ, ਮੈਂ ਨਹੀਂ ਇਸ ਤਰ੍ਹਾਂ ਦਾ ਰਾਜ ਭਾਗ ਜਿਹੜਾ ਉਹ ਨਹੀਂ ਸੰਭਾਲਣਾ। ਤੇ ਫਿਰ ਸਾਰਿਆਂ ਨੇ ਇਕੱਤਰਤ ਹੋ ਕੇ ਬੇਨਤੀ ਕੀਤੀ ਵੀ ਇਹਨਾਂ ਨੂੰ ਸੰਤਾਨ ਕਿਵੇਂ ਹੋਵੇ, ਕਿਸੇ ਦਾ ਇਹਨਾਂ ਦੇ ਉੱਤੇ ਨਾ ਜੁੜੇ ਤੇ ਫਿਰ ਹੀ ਇਹਨਾਂ ਦੀ ਸੰਤਾਨ ਅੱਗੇ ਹੋਵੇ ਨਾ।
ਫਿਰ ਬਿਆਸ ਭਗਤ ਨੇ ਕਿਹਾ ਠੀਕ ਹੈ ਭਾਈ, ਮੈਂ ਨਾ ਇਹਨਾਂ ਦੇ ਨਾਲ ਜੋੜ ਲੈਣਾ ਤੇ ਸੰਤਾਨ ਇਹਨਾਂ ਦੀ ਹੋ ਜਾਏਗੀ। ਉਹ ਸੰਤਾਨ ਦੀ ਜਿਹੜੀ ਵਿਧੀ ਹੈ ਉਹ ਥੋੜੀ ਜੀ ਇਸ ਤਰ੍ਹਾਂ ਇਹਨੇ ਕਿਹਾ ਵੀ ਮੇਰੇ ਅੱਗੋਂ ਦੀ ਇਹ ਟੱਪ ਜਾਣ ਕੁਝ ਦੂਰੀ ਤੋਂ, ਜਦੋਂ ਮੈਂ ਭਜਨ ਬੰਦਗੀ ਕਰਦਾ ਹੋਵਾਂ ਤੇ ਇਹਨਾਂ ਦੋਵਾਂ ਦੇ ਬੱਚੀ ਬੱਚਾ ਹੋ ਜਾਏਗਾ। ਹੁਣ ਇਹ ਵੱਡੀ ਉਮਰ ਦੇ ਸਨ ਤੇ ਜਿਹੜਾ ਪੰਡੂ ਰਾਜਾ ਸੀ ਉਹਦੀ ਜਿਹੜੀ ਅੱਗੇ ਰਾਣੀ ਸੀ, ਇਹਨੇ ਸ਼ਰਮਸ਼ਾਰ ਹੋ ਕੇ ਜਿਵੇਂ ਨਿੱਕਾ ਜਿਹਾ ਬੱਚਾ ਬੈਠ ਕੇ ਲੰਘਦਾ ਇਸ ਤਰ੍ਹਾਂ ਬੈਠ ਕੇ ਹੋ ਗਈ ਤੇ ਇਹਦਾ ਪੁੱਤਰ ਸੀ ਜਿਹੜਾ ਫਿਰ ਉਹ ਜੁੜੇ ਅੰਗਾਂ ਵਾਲਾ ਪੈਦਾ ਹੋ ਗਿਆ, ਜਿਵੇਂ ਕਿਸੇ ਨੂੰ ਪਿੰਗਲਾਪਨ ਹੋਇਆ, ਹੱਥ ਤੇ ਪੈਰ ਕੰਮ ਨਹੀਂ ਕਰਦੇ। ਤੇ ਦੂਜੀ ਸੀ ਜਿਹੜੀ ਉਹਨੇ ਅੱਖਾਂ ਬੰਦ ਕਰ ਲੀਆਂ, ਕਿਉਂਕਿ ਸ਼ਰਮ ਅੱਖਾਂ ਦੇ ਵਿੱਚ ਹੁੰਦੀ ਹੈ, ਉਹ ਅੱਖਾਂ ਬੰਦ ਕਰਕੇ ਨਿਕਲ ਗਈ ਤੇ ਉਹਦੇ ਅੰਨਾ ਹੋ ਗਿਆ। ਹੁਣ ਜਿਹੜਾ ਪਾਂਡਵਾਂ ਦਾ ਪਿਤਾ ਸੀ, ਇਹਦੇ ਜਿਹੜੀ ਪਿੱਛੋਂ ਸਮਰੱਥਾ ਸੀ ਉਹ ਨਾ ਹੋਣ ਕਰਕੇ ਇਹਦੀ ਪਤਨੀ ਨੇ ਸ਼ਿਵ ਜੀ ਦੀ ਬੰਦਗੀ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਤੇ ਵਾਰ ਹੋਇਆ ਵੀ ਤੂੰ ਸੇਵਾ ਕਰਦੀ ਹੈ, ਦੱਸ ਤੈਨੂੰ ਕੀ ਚਾਹੀਦਾ? ਕਹਿੰਦੀ ਜੀ ਮੈਂ ਆਪਣੇ ਪਤੀ ਨੂੰ ਪੁੱਛ ਆਵਾਂ। ਜਦੋਂ ਪਤੀ ਨੂੰ ਪੁੱਛਣ ਵਾਸਤੇ ਆਈ ਤੇ ਦੂਜੀ ਭੈਣ ਨੂੰ ਪਤਾ ਲੱਗ ਗਿਆ ਵੀ ਇਹਨੂੰ ਤਾਂ ਵਰ ਮਿਲਣਾ ਅੱਜ, ਤੇ ਸ਼ਕਲ ਸਾਡੀ ਦੋਵਾਂ ਦੀ ਇੱਕੋ ਜੀ। ਉਹਨੇ ਆਪਣੀ ਭੈਣ ਵਾਲੇ, ਕਿਉਂਕਿ ਰਾਜੇ ਦੀਆਂ ਨੂੰਹਾਂ ਸਨ, ਵਸਤਰ ਵੀ ਤਕਰੀਬਨ ਇੱਕੋ ਜਿਹੇ ਸਨ, ਜਾ ਕੇ ਅੱਗੇ ਖੜੀ ਹੋ ਗਈ। ਅਗਲੇ ਦਿਨ ਇਹਦੇ ਤੋਂ ਪਹੁੰਚਣ ਤੋਂ ਪਹਿਲਾਂ, ਪਾਂਡਵਾਂ ਦੀ ਮਾਤਾ ਤੋਂ ਪਹੁੰਚਣ ਤੋਂ ਪਹਿਲਾਂ ਜਾ ਕੇ ਖੜੀ ਹੋ ਗਈ ਤੇ ਕਹਿੰਦੀ ਜੀ ਮੈਨੂੰ 100 ਪੁੱਤਰ ਦੇ ਦਿਓ, ਕਿਉਂਕਿ 100 ਪੁੱਤਰ ਹੋਏਗਾ ਤੇ ਸਾਰਾ ਰਾਜ ਭਾਗ ਮੇਰਾ ਹੋ ਜਾਏਗਾ। ਮਨ ਦੇ ਵਿੱਚ ਬੇਈਮਾਨੀ ਹੋ ਗਈ, ਵਾਰ ਹੋ ਗਿਆ, ਕਹਿੰਦਾ ਚੰਗਾ ਹੋ ਜਾਏਗਾ। ਇਹਦੇ 100 ਪੁੱਤਰ ਹੋ ਗਿਆ। ਜਦੋਂ ਸੇਵਾ ਕਰਨ ਵਾਲੀ ਪਹੁੰਚੀ ਤੇ ਇਹ ਕਹਿੰਦੇ ਸ਼ਿਵ ਜੀ ਕਹਿੰਦੇ ਵੀ ਤੂੰ ਲੈ ਤਾਂ ਗਈ ਹੈ ਵਾਰ, ਹੁਣ ਦੁਬਾਰੇ ਫੇਰ ਆ ਗਈ ਹੈ। ਕਹਿੰਦੀ ਜੀ ਮੈਂ ਤਾਂ ਆਈ ਨਹੀਂ, ਮੈਂ ਤਾਂ ਹੁਣ ਹੀ ਆਈ ਹਾਂ ਤੇ ਅੱਜ ਮੈਂ ਥੋੜੀ ਜਿਹੀ ਲੇਟ ਇਸ ਕਰਕੇ ਆਈ ਹਾਂ। ਅਸੀਂ ਸਲਾਹ ਕਰਨ ਲੱਗ ਗਏ ਹਾਂ, ਰਹਿ ਕਰਨ ਲੱਗ ਗਏ ਹਾਂ ਵੀ ਕੀ ਕਰ ਮੰਗੀਏ। ਤੇ ਇਹਨੇ ਸ਼ਿਵ ਜੀ ਨੇ ਦੱਸ ਦਿੱਤਾ ਵੀ ਤੇਰੀ ਭੈਣ 100 ਪੁੱਤਰ ਦਾ ਵਰ ਲੈ ਗਈ ਹੈ। ਤੇ ਇਹ ਕਹਿਣ ਲੱਗੀ ਫਿਰ ਮੇਰਾ ਤਾਂ ਕੋਈ ਹਾਲ ਹੀ ਨਹੀਂ, ਮੈਨੂੰ ਤਾਂ ਫਿਰ ਇੱਥੋਂ ਕੁਝ ਨਹੀਂ ਮਿਲਦਾ। ਸ਼ਿਵ ਜੀ ਨੇ ਵਰ ਦੇ ਦਿੱਤਾ, ਚੰਗਾ ਫਿਰ ਤੇਰਾ ਇੱਕ ਪੁੱਤਰ ਹੈ ਨਾ, ਜਿਹੜਾ 5 ਪੁੱਤਰਾਂ ਦਾ ਵਰ ਦਿੱਤਾ, ਇੱਕ ਪੁੱਤਰ 100 ਪੁੱਤਰ ਵਾਲਾ ਵਰਗਾ ਹੋਵੇਗਾ। ਇਸ ਤਰ੍ਹਾਂ ਇਹ ਜਿਹੜੇ ਕੈਰੋ ਸਨ, ਇਹਨਾਂ ਦੇ ਅੰਦਰ ਫਿਰ ਜਦੋਂ ਜਿਸ ਤਰ੍ਹਾਂ ਦੇ ਮਾਤਾ ਦੇ ਖਿਆਲ ਹੋਣ ਉਸ ਤਰ੍ਹਾਂ ਦੀ ਫਿਰ ਅੱਗੋਂ ਸੰਤਾਨ ਹੁੰਦੀ। ਇਹਨਾਂ ਦਾ ਆਪਸ ਦੇ ਵਿੱਚ ਫਿਰ ਬੜਾ ਵਿਵਾਦ ਖੜਾ ਹੋ ਗਿਆ, ਜਿਹਦੇ ਨਾਲ ਬੜਾ ਘਮਸਾਨ ਦਾ ਜੋਤ ਹੋਇਆ। ਤੇ ਹੁਣ ਇੱਥੇ ਭਗਤ ਨਾਮਦੇਵ ਜੀ ਇਹ ਦੱਸਦੇ ਨੇ, ਵੇ ਕੋਈ ਵੀ ਮੇਰੀ ਕਰਦੇ ਸਨ, ਕੈਰੋ ਕਰਦੇ। ਇਹ ਕੈਰੋ ਸਨ ਜਿਹੜੇ ਮੇਰੀ ਕਰਦੇ ਸਨ, ਕਿਉਂਕਿ ਇਹਨਾਂ ਨੂੰ ਕਿਹਾ ਸੀ ਵੀ ਰਾਜ ਦਾ ਕੁਝ ਹਿੱਸਾ ਦੇ ਦਿਓ, ਫਿਰ ਵੀ ਕਹਿੰਦੇ ਸਨ ਸਾਡਾ ਹੈ। ਫਿਰ ਅਖੀਰ ਇਹ ਕਿਹਾ ਗਿਆ ਵੀ ਤੁਸੀਂ 5 ਪਿੰਡ ਦੇ ਦਿਓ। ਕਹਿੰਦੇ ਜੀ ਅਸੀਂ ਤਾਂ ਸੂਈ ਜਿੰਨੀ ਥਾਂ ਵੀ ਨਹੀਂ ਦਿੰਦੇ, ਤੁਸੀਂ 5 ਪਿੰਡਾਂ ਦੀ ਗੱਲ ਕੀ ਕਰਦੇ ਹੋ? ਦੁਰਯੋਧਨ ਸੇ ਭਾਈ, ਇਹ ਜਿਹੜੇ ਕੈਰੋ ਦੁਰਯੋਧਨ ਵਰਗੇ ਸਨ, ਇਤਨੇ ਬਲਵਾਨ ਸਨ, ਇਹ ਵੀ ਮੇਰੀ ਕਰਦੇ ਰਹੇ ਹਨ ਜੀ। 12 ਜੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ। ਤੇ ਹੁਣ ਵੇਖੋ ਇਹਦੇ ਤੇ ਨਾ 12 ਜੋਜਨ ਤੱਕ 48 ਕੋਹ ਤੱਕ ਛਤਰ ਚੜਿਆ ਸੀ। ਇਹਦਾ 48 ਕੋਹ ਤੱਕ ਛਤਰ ਤੋਂ ਭਾਵ ਵੀ ਇਤਨੀ ਦੂਰੀ ਤੇ ਤੱਕ ਇਸ ਦਾ ਰਾਜ ਭਾਗ ਸੀ ਜਿਹੜਾ ਉਹ ਕਾਇਮ ਸੀ। ਵੈਸੇ ਇਹਦੇ ਨਾਲ ਕਈ ਪ੍ਰਸੰਗ ਜੁੜੇ ਨੇ। ਕਹਿੰਦੇ ਨੇ ਜਦੋਂ ਇਹ ਭੀਸ਼ਮ ਪਿਤਾਮੇ ਨੂੰ ਅਖੀਰ ਸਮੇਂ ਮਿਲਣ ਵਾਸਤੇ ਗਿਆ ਸੀ ਤੇ ਗਰਮੀ ਬੜੀ ਪੈਂਦੀ ਸੀ, ਉਦੋਂ ਇਹਦੇ ਤੇ ਨਾ ਇਤਨਾ ਲੰਮਾ ਛਤਰ ਤਾਰਿਆ ਗਿਆ ਸੀ ਸ਼ਾਮ ਵਾਸਤੇ। ਇਸ ਤਰ੍ਹਾਂ ਹੋਰ ਵੀ ਕਈ ਪ੍ਰਸੰਗ ਨੇ, ਪਰ ਤੁਸੀਂ ਇਹ ਸਮਝ ਲਓ ਵੀ ਇਹਨਾਂ ਤੇ ਬੜੇ ਛਤਰ ਝੂਮਦੇ ਸਨ। 48 ਏਡਾ ਵੱਡਾ ਛਤਰ ਸੀ ਜਿਹੜਾ 48 ਕੋਹ ਤੱਕ ਸੀ। 12 ਜਜਨ ਦੇ 48,000 ਕੋਹ ਬਣਦੇ ਨੇ। ਇਤਨੀ ਦੂਰੀ ਜਿਹੜੀ ਸੀ ਉਹ ਪਸਾਰਾ ਸੀ ਇਹਦਾ। ਦੇਹੀ ਗਿਰਜ ਨਾ ਖਾਈ, ਗਿਰਜਨ ਖਾਈ, ਇਹ 2 ਪਾਠ ਨੇ। ਜਿਹੜਾ ਸੰਪਰਦਾਈ ਪਾਠ ਹੈ ਉਹ ਗਿਰਜਨ ਖਾਈ, ਵੀ ਅਖੀਰ ਨੂੰ ਨਾ ਇਹ ਵੀ ਮਰ ਗਿਆ। ਜਿਹੜਾ ਕੈਰੋ ਦੁਰਯੋਧਨ ਮੇਰੀ ਕਰਦਾ ਸੀ ਨਾ, ਇਹ ਵੀ ਮਰ ਗਿਆ। ਇਹ ਵੀ ਦੁਨੀਆ ਦੇ ਅੰਦਰ ਮੇਰੀ ਕਰਦਾ ਹੀ ਰਹਿ ਗਿਆ ਤੇ ਅਖੀਰ ਨੂੰ ਇਹਦਾ ਵੀ ਅੰਤ ਹੋ ਗਿਆ ਤੇ ਇਹਦੇ ਸਰੀਰ ਨੂੰ ਗਿਰਜਾ ਨੇ ਖਾਧਾ। ਤੇ ਦੂਜਾ ਜਿਹੜਾ ਨੰਨਾ ਅੱਡ ਕਰ ਦਿੰਦੇ ਨੇ ਗਿਰਜ ਨਾ ਖਾਈ, ਇਹਦੇ ਪਿੱਛੇ ਵੀ 2 ਪ੍ਰਸੰਗ ਨੇ।
ਇੱਕ ਪ੍ਰਸੰਗ ਇਸ ਤਰ੍ਹਾਂ ਕਿ ਇਸ ਦੀ ਮਾਤਾ ਨੇ ਪਤੀ ਵਰਤਾ ਧਰਮ ਸੀ ਜਿਹੜਾ ਉਹ ਨਿਭਾਇਆ ਸੀ। ਇਹ ਆਖਿਆ ਸੀ ਵੀ ਮੇਰਾ ਪਤੀ ਹੈ ਜਿਹੜਾ ਉਹਦੇ ਨੇਤਰ ਨਹੀਂ ਹੈਗੇ ਤੇ ਮੈਂ ਵੀ ਹੁਣ ਇਹਦੇ ਨਾਲ ਜੁੜ ਗਈ ਆ, ਨਾ ਮੇਰਾ ਇਹਦੇ ਨਾਲ ਲਿਖਿਆ ਗਿਆ ਇਹ ਸੰਜੋਗ ਬਣ ਗਏ ਨੇ ਤੇ ਮੈਂ ਵੀ ਫਿਰ ਹੁਣ ਕਿਸੇ ਨੂੰ ਨਹੀਂ ਵੇਖਾਂਗੀ। ਇਹਨੇ ਵੀ ਅੱਖਾਂ ਤੇ ਪੱਟੀ ਬੰਨ੍ਹ ਲਈ ਸੀ, ਜਿਸ ਕਰਕੇ ਇਹਦੇ ਵਿੱਚ ਸਤਾ ਆ ਗਈ ਸੀ, ਸਮਰੱਥਾ ਆ ਗਈ ਸੀ ਵਰ ਦੇਣ ਦੀ। ਤੇ ਦੁਰਯੋਧਨ ਨੂੰ ਜਦੋਂ ਪਤਾ ਲੱਗਿਆ ਵੀ ਅੱਜ ਮੇਰੀ ਵਾਰੀ ਹੈ ਮਰਨ ਦੀ, ਅੱਜ ਮੇਰਾ ਯੁੱਧ ਹੋਣਾ ਹੈ, ਉਦੋਂ ਇਹਨੇ ਫਿਰ ਆਪਣੀ ਮਾਤਾ ਤੋਂ ਇਹ ਵਰ ਪ੍ਰਾਪਤ ਕਰ ਲਿਆ ਸੀ। ਤੇ ਇਹਦੀ ਮਾਤਾ ਨੇ ਕਿਹਾ ਠੀਕ ਹੈ ਤੂੰ ਇਸ ਤਰ੍ਹਾਂ ਕਰੀ, ਮੇਰੇ ਅੱਗੋਂ ਦੀ ਲੰਘ ਜਾਈ, ਮੈਂ ਪੱਟੀ ਖੋਲ ਦਿਆਂਗੀ ਤੇ ਜਦੋਂ ਤੇਰੇ ਸਰੀਰ ਤੇ ਮੇਰੀ ਨਿਗਾਹ ਪੈ ਗਈ ਨਾ, ਇਹ ਸਰੀਰ ਬੱਜਰ ਦਾ ਹੋ ਜਾਏਗਾ, ਫਿਰ ਤੀਰ ਵੱਜਣਾ ਹੀ ਕੋਈ ਨਹੀਂ। ਤੇ ਕ੍ਰਿਸ਼ਨ ਭਗਵਾਨ ਇਹਨੂੰ ਸ਼ਰੀਆ ਆਖਿਆ ਜਾਂਦਾ ਹੈ। ਕ੍ਰਿਸ਼ਨ ਭਗਵਾਨ ਨੂੰ ਸਰੀਆ ਵੀ ਆਖਿਆ ਜਾਂਦਾ ਹੈ ਤੇ ਰਾਸ ਲੀਲਾ ਵਾਲਾ ਵੀ ਆਖਿਆ ਜਾਂਦਾ ਹੈ। ਇਹ ਉਸ ਪਰਮਾਤਮਾ ਵਾਹਿਗੁਰੂ ਦੇ ਕੌਤਕ ਨੇ। ਉਹ ਆਪ ਦੀ ਇਸ ਬਣਾਈ ਹੀ ਦੁਨੀਆ ਦੇ ਅੰਦਰ ਅਨੇਕ ਪ੍ਰਕਾਰ ਦੇ ਸੰਤ ਸਮੂਹ ਅਨੇਕ ਮਤੀ ਕੇ, ਇੱਕ ਮਤ ਦੇ ਨਹੀਂ ਹੁੰਦੇ। ਜਿਤਨੇ ਪ੍ਰਕਾਰ ਦੇ ਸੰਤ ਨੇ ਉਹਨਾਂ ਦੇ ਆਪੋ ਆਪਣੇ ਮਤ ਖਿਆਲ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪੋ ਆਪ ਦੇ ਹੁੰਦੇ ਨੇ। ਰਹੋ ਵਿਚਾਰ ਕ੍ਰਿਸ਼ਨ ਛਲਿਆ ਸੀ। ਇਹਨੂੰ ਜਦੋਂ ਪਤਾ ਲੱਗਿਆ ਵੀ ਦੁਰਯੋਧਨ ਵਰ ਲੈਣ ਵਾਸਤੇ ਜਾ ਰਿਹਾ ਹੈ ਤੇ ਇਹਨੇ ਅੱਗੋਂ ਜਾ ਕੇ ਇਹਨੂੰ ਆਖਿਆ ਤੈਨੂੰ ਸ਼ਰਮ ਨਾ ਆਏਗੀ, ਤੂੰ ਤੇਰੀ ਮਾਤਾ ਦੇ ਅੱਗੋਂ ਨੰਗਣ ਹੋ ਕੇ ਜਾਏਗਾ, ਇਸ ਲਈ ਤੂੰ ਘੱਟ ਤੋਂ ਘੱਟ ਲੰਗੋਟਾ ਤਾਂ ਪਹਿਨ ਲਾ। ਤੇ ਹੁਣ ਕ੍ਰਿਸ਼ਨ ਦਾ ਇੱਥੇ ਸਿਧਾਂਤ ਇਹ ਸੀ ਵੀ ਜਿਹੜਾ ਇਹਦਾ ਸਰੀਰ ਢਕਿਆ ਰਹੇਗਾ ਉਹ ਬੱਜਰ ਦਾ ਨਹੀਂ ਹੋਣਾ ਤੇ ਉੱਥੇ ਅਸੀਂ ਤੀਰ ਮਾਰ ਕੇ ਇਹਦਾ ਅੰਤ ਕਰ ਦਿਆਂਗੇ। ਇਹ ਉਹਦੇ ਛਲ ਦੇ ਵਿੱਚ ਆ ਗਿਆ। ਤੇ ਬਾਕੀ ਜਿਹੜਾ ਸਰੀਰ ਸੀ ਦੇਹੀ ਗਿਰਜ ਨਾ ਖਾਈ ਨੰਨਾ ਅੱਡ ਤਾਂ ਖਾਂਦੇ ਨੇ ਵੀ ਬੱਜਰ ਵਾਲਾ ਸਰੀਰ ਖਾਧਾ ਨਹੀਂ ਜਾਂਦਾ ਗਿਰਜਾਂ ਤੋਂ, ਜਿਹੜਾ ਹੋਈ ਪੱਥਰ ਗਿਆ ਹੈ ਬੱਜਰ ਹੋ ਗਿਆ ਉਹ ਕੀ ਖਾਣਾ। ਇਸ ਕਰਕੇ ਨੰਨਾ ਜਿਹੜਾ ਨਾ ਇਹ ਅੱਡ ਕਰਦੇ ਨੇ। ਇਹ ਵਿਦਵਾਨ ਜਦੋਂ ਪਿਛਲਾ ਇਤਿਹਾਸ ਪੜ੍ਹਦੇ ਨੇ ਜਾਂ ਕੋਈ ਅਰਥ ਕਰਨ ਲੱਗਦੇ ਨੇ ਨਾ, ਉੱਥੇ ਫਿਰ ਥੋੜਾ ਮਤਭੇਦ ਹੋ ਜਾਂਦਾ ਹੈ। ਤਾਂ ਕਰਕੇ ਇਹ ਦੋ ਪਾਠ ਬਣਦੇ ਨੇ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਗੁਰਬਾਣੀ ਲਿਖਵਾਈ ਹੈ ਇਹ ਸਾਰੀ ਲੜੀਵਾਰ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਜਿਤਨੀ ਗੁਰਬਾਣੀ ਲਿਖਾਈ ਹੈ ਇਹਨਾਂ 'ਚ ਅੱਖਰ ਟੁੱਟੇ ਨਹੀਂ ਹੈਗੇ, ਪਾਦਸ਼ੇਦ ਨਹੀਂ ਹੈਗੇ, ਸਾਰੀ ਲੜੀਵਾਰ ਹੈ। ਇਹਨਾਂ ਨੂੰ ਸ਼ਬਦਾਂ ਨੂੰ ਬਣਾਉਣਾ ਪੈਂਦਾ ਹੈ। ਇਹ ਭਾਈ ਮਨੀ ਸਿੰਘ ਜੀ ਨੇ ਉਪਰਾਲਾ ਕੀਤਾ ਸੀ। ਉਹਨਾਂ ਨੇ ਵੇਖਿਆ ਵੀ ਸਿੰਘ ਸੰਗਤਾਂ ਨੂੰ ਪੜ੍ਹਨਾ ਬੜਾ ਮੁਸ਼ਕਲ ਹੁੰਦੀ ਹੈ ਤੇ ਫਿਰ ਇੱਥੇ ਮੈਨੂੰ ਇੱਕ ਨਿੱਕੀ ਜੀ ਗੱਲ ਯਾਦ ਆ ਗਈ ਹੈ। ਅਸੀਂ ਸੰਥਿਆ ਕਰਾ ਰਹੇ ਸਾਂ ਤੇ ਸਵਈਆਂ ਤੇ ਸੰਥਿਆ ਚੱਲ ਰਹੀ ਸੀ। ਸਾਡੇ ਕੋਲ ਇੱਕ ਨਗਰ ਦਾ ਪ੍ਰਾਣੀ ਆ ਗਿਆ। ਉਹ ਕਹਿੰਦਾ ਦੇਖ ਦੇਖ ਕੇ ਪੜ੍ਹੀ ਜਾਣਾ, ਇਹ ਕਿਹੜਾ ਪੜ੍ਹਨਾ ਫਿਰ ਔਖਾ ਹੈ। ਤੇ ਅਸੀਂ ਕਿਹਾ ਚੰਗਾ ਫਿਰ ਆ ਤੁਕ ਪੜ੍ਹੀ। ਉਹ ਤੋਕੇ ਜਿਹੜੀ ਉਹ ਹੈ ਤਾਂ ਹੈ ਸੋ ਕਹੋ ਟਲ ਗੁਰ ਸੇਵੀਏ, ਤੇ ਉਹਨੇ ਪੜ੍ਹਤਾ ਸੁੱਕ ਹੋਟਲ। ਸੋ ਕਹੋ ਨੂੰ ਕੱਕਾ ਜਿਹੜਾ ਸੀ ਉਹ ਸੱਸੇ ਨਾਲ ਲਾਤਾ, ਸੁੱਕ ਬਣਾਤਾ, ਤੇ ਹਾਹਾ ਜਿਹੜਾ ਸੀ ਅੱਗੇ ਭਾਈ ਟੱਲ ਜੀ ਨਾਲ ਲਾ ਦਿੱਤਾ ਸੁੱਕ ਹੋਟਲ। ਤੇ ਅਸੀਂ ਆਖੇ ਇੱਥੇ ਕਿਹੜੇ ਹੋਟਲ ਮਹਾਰਾਜ ਨੇ ਲਿਖੇ ਨੇ। ਸੋ ਇਸ ਤਰ੍ਹਾਂ ਸੰਥਿਆ ਕਰਾਣੀ ਜਿਹੜੀ ਹੈ ਇਹ ਜ਼ਰੂਰੀ ਹੈ। ਨਹੀਂ ਸਮਝ ਆਉਂਦੀ ਜੇ ਲੜੀਵਾਰ ਦੀ ਘੱਟ ਤੋਂ ਘੱਟ ਆਪਾਂ ਬਾਣੀ ਪੜ੍ਹਨੀ ਹੈ। ਸੋ ਗੁਰਬਾਣੀ ਜਿੰਨੀ ਹੈ ਸਾਰੀ ਲੜੀਵਾਰ ਲਿਖੀ ਗਈ ਹੈ। ਲੜੀਵਾਰ ਲਿਖੀ ਹੋਈ ਬਾਣੀ ਕਰਕੇ ਫਿਰ ਜਦੋਂ ਵਿਦਵਾਨ ਇਹਨੂੰ ਪਾਦਸ਼ੇਦ ਕਰਦੇ ਨੇ ਉਦੋਂ ਅਰਥਾਂ ਦੇ ਆਧਾਰ ਤੇ ਹੁੰਦਾ ਹੈ ਤੇ ਉਹ ਅਰਥ ਜਿਹੜਾ ਉੱਥੇ ਕਈ ਵਾਰੀ ਮਤਭੇਦ ਹੋ ਜਾਂਦੀ ਹੈ। ਸੋ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਇੱਥੇ ਸਾਨੂੰ ਦੱਸਦੀ ਹੈ। ਵੇਖੋ ਦੁਰਯੋਧਨ ਸੀ ਜਿਹੜਾ ਜਿੰਦੇ ਕੈਰੋ 100 ਭਰਾ ਸਨ ਤੇ ਇਤਨਾ ਬਲਵਾਨ ਸੀ ਤੇ 12 ਯੋਜਨ ਤੱਕ ਉਹਦਾ ਦਬਦਬਾ ਚੱਲਦਾ ਸੀ। ਅਖੀਰ ਨੂੰ ਦੇਹੀ ਉਹਦੀ ਗਿਰਜਾ ਨੇ ਖਾਧੀ ਤੇ ਦੂਜਾ ਅਰਥ ਗਿਰਜਾ ਤੋਂ ਨਹੀਂ ਖਾਧੀ ਗਈ। ਤੇ ਇੱਕ ਇੱਥੇ ਹੋਰ ਵੀ ਸਿਧਾਂਤ ਵਰਤਦੇ ਨੇ ਵੀ ਜਿਹੜਾ ਅਕਿਰਤ ਘਨ ਹੋਵੇ, ਜਿਹੜਾ ਅਕਿਰਤ ਘਨ ਹੋਵੇ ਨਾ ਉਹਦਾ ਸਰੀਰ ਵੀ ਕਾਂ ਕੁੱਤੇ ਨਹੀਂ ਖਾਂਦੇ। ਦੂਜਾ ਅਰਥ ਇਹਦਾ ਇਹ ਕਰ ਲੈਂਦੇ ਹਨ ਜੀ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਰੀ। ਤੇ ਅੱਗੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੁਣ ਰਾਵਣ ਦੀ ਗੱਲ ਲੈ ਲਓ, ਵੇਖ ਲਓ ਇਹਦੀ ਸੋਨੇ ਦੀ ਲੰਕਾ ਹੁੰਦੀ ਸੀ ਤੇ ਇਹ ਵੇਖੋ ਇਹਦੇ ਵਰਗੇ ਹੋਰ ਵੀ ਸੇ ਅਧਿਕਾਈ ਦਾ ਅਰਥ ਹੈ ਇਕੱਲਾ ਰਾਵਣ ਨਹੀਂ, ਹੋਰ ਵੀ ਕਈ ਇਸ ਤਰ੍ਹਾਂ ਦੇ ਬੜੇ ਬਲਵਾਨ ਬੜੇ ਅਮੀਰ ਬੜੇ ਯੋਧੇ ਹੋ ਕੇ ਗਏ ਹੋਏ ਹਨ ਜੀ। ਕਹਾ ਭਇਓ ਦਰ ਬੰਦੇ ਹਾਥੀ ਖਿਲਮੈ ਪਈ ਪਰਾਈ। ਤੇ ਕੀ ਹੋ ਗਿਆ ਜੇ ਇਹਦੇ ਬੂਹੇ ਦੇ ਉੱਤੇ ਹਾਥੀ ਬੰਨੇ ਹੋਏ ਸਨ? ਕੀ ਹੋ ਗਿਆ ਜੇ ਇਹਦੇ ਬੂਹੇ ਦੇ ਉੱਤੇ ਹਾਥੀ ਬੰਨੇ ਹੋਏ ਸਨ? ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹਨਾਂ ਨੂੰ ਸਮਝਣਾ ਪੈਂਦਾ ਹੈ।
ਹੁਣ ਇੱਥੇ ਇਹ ਨਾ ਸਮਝ ਲਿਓ ਵੀ ਇਹਦੇ ਬੂਹੇ ਦੇ ਅੱਗੇ ਹਾਥੀ ਬੰਨੇ ਹੋਏ ਸਨ ਕਿੱਲੇ ਲਾ ਕੇ, ਨਹੀਂ। ਅਸੀਂ ਮੱਝਾਂ ਖੁਰਲੀ ਤੇ ਬੰਨੀਆਂ ਹੁੰਦੀਆਂ ਨੇ ਤੇ ਮੱਝਾਂ ਦਾ ਵਾੜਾ ਅੱਡ ਹੁੰਦਾ ਹੈ। ਅਸੀਂ ਕਹਿ ਦਿੰਦੇ ਸਾਡੇ ਬੂਹੇ ਤੇ ਵੀ 4 ਖੋਲੀਆਂ ਨੇ, ਸਾਡੇ ਬੂਹੇ ਤੇ ਵੀ 4 ਖੋਲੀਆਂ ਹੈਗੀਆਂ ਨੇ, 4 ਮੱਝਾਂ ਹੈਗੀਆਂ ਨੇ। ਸੋ ਇਸ ਤਰ੍ਹਾਂ ਸਮਝਣਾ ਪੈਂਦਾ ਹੈ। ਕਾ ਪਏ ਉਧਰ ਬੰਦੇ ਹਾਥੀ। ਹੁਣ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਕਹਿੰਦੀ, ਵੇਖੋ ਰਾਵਣ ਤੇ ਰਾਵਣ ਵਰਗੇ ਹੋਰ ਕਈ ਮਹਾਬਲੀ ਸੂਰਮੇ ਯੋਧੇ ਬੜੇ ਅਮੀਰ, ਜਿਵੇਂ ਰਾਵਣ ਦੀ ਸੋਨੇ ਦੀ ਲੰਕਾ ਸੀ, ਇਸ ਤਰ੍ਹਾਂ ਇਤਨੇ ਧਨਵਾਨ ਤੇ ਉਹਨਾਂ ਦੇ ਬੂਹਿਆਂ ਦੇ ਭਾਵ ਉਹਨਾਂ ਦੇ ਘਰਾਂ ਦੇ ਵਿੱਚ ਬੜੇ ਹਾਥੀ ਸਨ। ਖਿਨਮੇ ਭਈ ਪਰਾਈ, ਤੇ ਜਦੋਂ ਅੰਤਿਮ ਸਮਾਂ ਆਇਆ ਇਹ ਸਾਰੇ ਹੀ ਬਗਾਨੇ ਹੋ ਗਏ, ਕਿਉਂਕਿ ਭਵਿੱਖਣ ਨੂੰ ਰਾਜ ਭਾਗ ਪਹਿਲੂ ਦੇ ਦਿੱਤਾ ਸੀ। ਤੇ ਦਮੋਦਰੀ ਜਦੋਂ ਰਾਵਣ ਦੇ ਅੰਤਿਮ ਸਮੇਂ ਆਈ ਤੇ ਉਹਨੇ ਸੰਸਕਾਰ ਕਰਨ ਵਾਸਤੇ ਕੋਈ ਥਾਂ ਮੰਗੀ, ਤੇ ਸ੍ਰੀ ਰਾਮਚੰਦਰ ਨੇ ਕਹਿ ਦਿੱਤਾ ਸੀ ਇਹ ਮੇਰਾ ਨਹੀਂ ਕੁਝ ਵੀ, ਮੈਂ ਤਾਂ ਭਵਿੱਖਣ ਨੂੰ ਦੇ ਦਿੱਤਾ। ਹੁਣ ਇਹਦੇ ਵਿਚਾਰੀ ਕੋਲੇ ਸੰਸਕਾਰ ਕਰਨ ਨੂੰ ਵੀ ਥਾਂ ਨਹੀਂ ਰਹੀ ਜੇ। ਵੇਖੋ ਜਿਹੜਾ ਰਾਵਣ ਇਤਨਾ ਬਲਵਾਨ ਸੀ, ਇਤਨਾ ਕੁਝ ਇਹਦੇ ਕੋਲ ਸੀ, ਸੋਨੇ ਦੀ ਲੰਕਾ, ਇਹਨੇ ਮਹਿਲ ਮਨਾਰੀਆਂ ਬਣਾਏ ਹੋਏ ਸਨ, ਤੇ ਇਹਦੇ ਕੋਲ ਹਾਥੀ ਸਨ ਜਿਹੜੇ ਉਹ ਬੇਸ਼ੁਮਾਰ ਘਰੇ ਸਨ। ਤੇ ਅੱਜ ਅੰਤਲੇ ਸਮੇਂ ਇਹਨੂੰ ਸੰਸਕਾਰ ਕਰਨ ਦੇ ਲਈ ਥਾਂ ਵੀ ਪ੍ਰਾਪਤ ਨਹੀਂ ਹੋਈ, ਸਾਰੇ ਪਰਾਏ ਹੋ ਗਏ ਹਨ ਜੀ। ਦੁਰਵਾਸਾ ਸਿਉ ਕਰਤ ਠਗੋਰੀ, ਜਾਦਵ ਇਹ ਫਲ ਪਾਏ। ਤੇ ਅੱਗੇ ਭਗਤ ਨਾਮਦੇਵ ਜੀ ਇਹ ਕਹਿੰਦੇ ਨੇ ਕਿਸੇ ਸੰਤ ਮਹਾਤਮਾ ਦੇ ਨਾਲ ਨਾ ਮਸ਼ਕਰੀ ਨਹੀਂ ਕਰਨੀ ਚਾਹੀਦੀ, ਟੀਚਰ ਨਹੀਂ ਕਰਨੀ ਚਾਹੀਦਾ, ਮਖੌਲ ਨਹੀਂ ਕਰਨਾ ਚਾਹੀਦਾ। ਦੁਰਭਾਸ਼ਾ ਲਿਖੀ ਹੋਇਆ ਤੇ ਇਹ ਕ੍ਰਿਸ਼ਨ ਭਗਵਾਨ ਜੀ ਦਾ ਗੁਰੂ ਸੀ। ਇਹਨੂੰ ਗੁਰੂ ਨੇ ਇਤਨੀ ਸਮਰੱਥਾ ਦਿੱਤੀ ਸੀ, ਇਹ ਕਿਸੇ ਔਰਤ ਨੂੰ ਵੇਖ ਕੇ ਦੱਸ ਦਿੰਦਾ ਵੀ ਤੇਰੇ ਪੁੱਤਰ ਹੋਵੇਗਾ ਜਾਂ ਪੁੱਤਰੀ ਹੋਏਗੀ। ਇਹਦੇ ਕੋਲੇ ਯੋਗਤਾ ਸੀ, ਹੋਰ ਵੀ ਬੜੀ ਅੰਤਰਜਾਮਤਾ ਸੀ, ਬੜੀ ਕਿਰਪਾ ਸੀ। ਪਰ ਇਹ ਪ੍ਰਸੰਗ ਇਸ ਗੱਲ ਦੇ ਨਾਲ ਜੁੜਿਆ ਹੈ। ਤੇ ਜਿਹੜਾ ਕ੍ਰਿਸ਼ਨ ਭਗਵਾਨ ਸੀ ਇਹਦਾ ਪੁੱਤਰ ਸੀ, ਇਹਦੇ ਅਜੇ ਦਾੜੀ ਨਹੀਂ ਸੀ ਆਈ, ਛੋਟੀ ਉਮਰ ਦਾ ਸੀ। ਇਹਨੂੰ ਔਰਤਾਂ ਵਾਲੇ ਸੋਹਣੇ ਵਸਤਰ ਪਵਾ ਦਿੱਤੇ, ਜਿਵੇਂ ਸੋਹਣੀ ਸਜੀ ਧਜੀ ਵਹੁਟੀ ਹੁੰਦੀ ਹੈ। ਤੇ ਪੇਟ ਦੇ ਅੱਗੇ ਨਾ ਲੋਹੇ ਦੇ ਬੱਠਲ, ਜਿਨ੍ਹਾਂ ਨਾਲ ਅਸੀਂ ਘਰ ਦਾ ਕੂੜਾ ਕਰਕਟ ਜਾਂ ਉਸਾਰੀ ਦੇ ਸਮੇਂ ਕੰਮ ਲੈਂਦੇ ਹਾਂ, ਬੱਠਲ ਜਾਣਦੇ ਹੋਵੋਗੇ, ਜਿਨ੍ਹਾਂ ਦੇ ਨਾਲ ਅਸੀਂ ਵਰਤੋਂ ਕਰਦੇ ਹਾਂ ਘਰਾਂ ਦੇ ਵਿੱਚ। ਇਹ ਢਿੱਡ ਦੇ ਅੱਗੇ ਬੰਨ੍ਹ ਦਿੱਤਾ। ਜਦੋਂ ਢਿੱਡ ਦੇ ਅੱਗੇ ਬੱਠਲ ਬੰਨ੍ਹ ਦਿੱਤਾ ਤੇ ਉੱਤੋਂ ਦੀ ਕੱਪੜੇ ਪਵਾਏ ਗਏ। ਦੁਰਵਾਸ਼ਾ ਰਿਸ਼ੀ ਦੇ ਅੱਗੇ ਲਿਜਾ ਕੇ ਇਸ ਨੂੰ ਔਰਤ ਬਣਾ ਕੇ ਖੜਾ ਕਰ ਦਿੱਤਾ। ਤੇ ਦੁਰਵਾਸ਼ਾ ਰਿਸ਼ੀ ਨੂੰ ਆਖਿਆ ਦੱਸੋ ਇਹਦੇ ਕੀ ਜਨਮ ਲਏਗਾ। ਹੁਣ ਦੁਰਵਾਸ਼ਾ ਰਿਸ਼ੀ ਅੰਤਰਜਾਮੀ ਸੀ, ਉਹਦੇ ਲਈ ਕੱਪੜੇ ਹੋਣੇ ਜਾਂ ਨਾ ਹੋਣੇ, ਜਿਹਨੂੰ ਮਾਸ ਦੇ ਅੰਦਰ ਪਤਾ ਲੱਗ ਜਾਂਦਾ ਹੈ ਵੀ ਪੁੱਤਰ ਹੈ ਕਿ ਪੁੱਤਰੀ ਹੈ, ਉਹਦੇ ਲਈ ਕੱਪੜੇ ਕੀ ਮਾਇਨਾ ਰੱਖਦੇ ਨੇ। ਉਹਨੇ ਜਦੋਂ ਵੇਖਿਆ ਵੀ ਇਹ ਤਾਂ ਬੱਠਲ ਬਣ ਕੇ ਸ਼ਰਾਰਤ ਕੀਤੀ, ਇਹਨਾਂ ਨੇ ਤੇ ਸਰਾਪ ਦੇ ਦਿੱਤਾ ਸੀ ਭਈ ਜਿਹੜਾ ਵੀ ਇਹਦੇ ਚੋਂ ਜਨਮ ਲਏਗਾ ਨਾ, ਹੋਵੇਗਾ ਕੀ ਇਹ ਨਹੀਂ ਪਤਾ, ਪਰ ਜਿਹੜਾ ਇਹਦੇ ਚੋਂ ਜਨਮ ਲਏਗਾ ਉਹ ਤੁਹਾਡੀ ਕੁੱਲ ਦਾ ਨਾਸ਼ ਕਰ ਦੇਗਾ। ਦੁਰਵਾਸਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਹੈ ਜਾਦਵੋ, ਇਹ ਤੁਹਾਡੀ ਹੁਣ ਕੁੱਲ ਦਾ ਨਾਸ਼ ਕਰੇਗਾ। ਇਹ ਵੀ ਥੋੜਾ ਦੱਸ ਦਈਏ ਵੀ ਕੁੱਲ ਦਾ ਕਿਵੇਂ ਨਾਸ਼ ਹੋਏਗੀ। ਮੈਂ ਬੇਨਤੀ ਕਰਦੇ ਆ, ਇਹ ਜਿਹੜੇ ਪ੍ਰਸੰਗ ਨੇ ਨਾ, ਜੇ ਮੈਂ ਇੱਕ ਪ੍ਰਸੰਗ ਸੁਣਾਉਣ ਲੱਗਾ ਤੇ ਇੱਕ ਤੁਕ ਤੇ ਇੱਕ ਪ੍ਰਸੰਗ ਬਣਿਆ ਹੋਇਆ ਹੈ ਤੇ ਇੱਕ ਤੁਕ ਦੇ ਅਰਥ ਹੋਣਗੇ। ਤਾਂ ਕਰਕੇ ਮੈਂ ਸਿਰਫ ਉਹਨਾਂ ਜਿੰਨੇ ਦੇ ਨਾਲ ਸਾਨੂੰ ਗਿਆਨ ਪ੍ਰਾਪਤ ਹੋ ਜਾਵੇ, ਜਿੰਨੀ ਕੁ ਸਾਨੂੰ ਲੋੜ ਹੈ, ਸਾਡੀ ਲੋੜ ਪੂਰੀ ਹੋ ਜਾਵੇ, ਉਨੀ ਕੁ ਗੱਲ ਕਰਦਾ, ਸੀਮਿਤ ਦਾਇਰੇ ਦੇ ਵਿੱਚ ਰਹਿ ਕੇ। ਤੇ ਇਹ ਮੈਂ ਬੇਨਤੀ ਕਿਉਂ ਮੰਗੀ? ਇਹ ਬੇਨਤੀ ਇਸ ਕਰਕੇ ਮੰਗ ਰਿਹਾ ਕਿ ਪਤਾ ਨਹੀਂ ਕਥਾ ਦੇ ਵਿੱਚ, ਸੰਗਤ ਦੇ ਵਿੱਚ ਕਿਤਨੇ ਕਿਤਨੇ ਵਿਦਵਾਨ ਬੈਠੇ ਨੇ, ਕਿਤਨੇ ਕਿਤਨੇ ਸੋਝੀ ਵਾਲੇ ਬੈਠੇ ਨੇ, ਤੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਨਾ ਆਵੇ ਵੀ ਗਿਆਨੀ ਜੀ ਜਿਹੜੇ ਨੇ ਇਹ ਅਧੂਰੇ ਨੇ। ਉਹਨਾਂ ਦੇ ਇਸ ਤਰ੍ਹਾਂ ਮਨ ਦੇ ਵਿੱਚ ਖਿਆਲ ਨਾ ਆ ਜਾਏ ਵੀ ਅਧੂਰੀ ਗੱਲ ਕਰ ਰਹੇ ਨੇ। ਸੋ ਇਸ ਵਾਸਤੇ ਮੈਂ ਇਹ ਬੇਨਤੀ ਜਿਹੜੀ ਇਹ ਸੰਗਤ ਤੋਂ ਪਹਿਲੋਂ ਮਾਫੀ ਮੰਗ ਲੈਣਾ। ਮੈਂ ਉਨੀ ਗੱਲ ਹੀ ਕਰ ਰਿਹਾ ਜਿੰਨੀ ਦੇ ਨਾਲ ਸਾਡਾ ਜਿਹੜਾ ਹੈ ਨਾ ਉਹ ਸਮਝ ਵਾਲਾ ਜਿਹੜਾ ਦਾਇਰਾ ਹੈ, ਸਮਝ ਵਾਲਾ ਜਿਹੜੀ ਸਾਡੀ ਲੋੜ ਹੈ ਉਹ ਪੂਰੀ ਹੋ ਜਾਵੇ। ਹੁਣ ਇਹਨਾਂ ਨੇ ਕੀ ਕੀਤਾ? ਕ੍ਰਿਸ਼ਨ ਭਗਵਾਨ ਨੂੰ ਜਾ ਕੇ ਆਖਿਆ ਵੀ ਅਸੀਂ ਤਾਂ ਸਰਾਪ ਲੈ ਆਏ ਆ, ਕੰਮ ਗਲਤ ਹੋ ਗਿਆ। ਤੇ ਦਰਬਾਸਾ ਰਿਸ਼ੀ ਜਿਹੜਾ ਪ੍ਰਭ ਜੀ ਬਸੇ ਸਾਧ ਕੀ ਰਸਨਾ, ਪ੍ਰਭੂ ਪਰਮਾਤਮਾ ਸਾਧੂ ਦੀ ਜ਼ੁਬਾਨ ਤੇ ਵਸਦਾ, ਤੇ ਸਾਧੂ ਦੀ ਜ਼ੁਬਾਨ ਤੇ ਆਣ ਕੇ ਉਹਨੇ ਕੋਠੀ ਨਹੀਂ ਪਾਈ। ਸਾਧੂ ਦੀ ਜ਼ੁਬਾਨ ਤੇ ਰੱਬ ਨੇ ਕੋਠੀ ਨਹੀਂ ਪਾਈ, ਫਿਰ ਸਾਧੂ ਦੀ ਜ਼ੁਬਾਨ ਤੇ ਵਸਦਾ ਕਿਵੇਂ? ਸਾਧੂ ਦੀ ਜ਼ੁਬਾਨ ਦੇ ਵਿੱਚੋਂ ਜਿਹੜਾ ਸ਼ਬਦ ਨਿਕਲੇ ਉਹ ਪੂਰਾ ਹੋ ਜਾਣਾ ਹੈ।
इस तरह वो प्रभु का वासा है। ਤੇ ਹੁਣ ਇਹ ਪੂਰਾ ਹੋਏਗਾ, ਜਾਦਵਾਂ ਦਾ ਨਾਸ ਹੋਏਗਾ, ਤੇ ਤੂੰ ਦੱਸ ਅਸੀਂ ਕਿਵੇਂ ਬਚੀਏ ਹੁਣ ਸਰਾਪ ਤੋਂ। ਕ੍ਰਿਸ਼ਨ ਭਗਵਾਨ ਨੇ ਆਖਿਆ ਇਸ ਤਰ੍ਹਾਂ ਕਰੋ, ਇਸ ਬੱਠਲ ਨੂੰ ਘਸਾ ਦਿਓ, ਇਹਦਾ ਕੋਈ ਸ਼ਸਤਰ ਹੀ ਨਾ ਬਣੇ। ਵੀ ਸ਼ਸਤਰ ਬਣੇਗਾ ਫੇਰ ਹੀ ਅੰਤ ਹੋਏਗਾ ਨਾ, ਇਹ ਬੱਠਲ ਨੂੰ ਘਸਾ ਦਿਓ, ਇਹਦਾ ਸ਼ਸਤਰ ਹੀ ਨਾ ਬਣੇ। ਤੇ ਇਹਨਾਂ ਨੇ ਫਿਰ ਦਰਿਆ ਦੇ ਕੰਢੇ ਤੇ ਲਿਜਾ ਕੇ ਬਰੇਤੀ ਦੇ ਨਾਲ ਇਹਨੂੰ ਘਸਾਣਾ ਸ਼ੁਰੂ ਕਰ ਦਿੱਤਾ। ਘਸਦਿਆਂ ਜਦੋਂ ਇੰਨੀ ਕੁ ਰਹਿ ਗਈ ਨਾ ਲੋਹੇ ਦੀ ਚਿੱਪੜ ਜੀ, ਤੇ ਜਦੋਂ ਆਪਾਂ ਇਹਨੂੰ ਲੋਹੇ ਨੂੰ ਘਸਾਉਂਦੇ ਹਾਂ ਗਰਮ ਹੋ ਜਾਂਦਾ ਹੈ। ਲੋਹੇ ਨੂੰ ਜਦੋਂ ਘਸਾਉਂਦੇ ਨਾ ਉਦੋਂ ਗਰਮ ਹੋ ਜਾਂਦਾ। ਤੇ ਗੁਰਪਿਆਰ ਵਰਗਾ ਸੀ, ਜਦੋਂ ਉਹਦੀ ਵਾਰੀ ਆਈ ਨਾ ਘਸਾਉਣ ਦੀ, ਤੇ ਉਹ ਗਰਮ ਹੋ ਜਾ ਕਰੇ, ਉਂਗਲਾਂ ਸੜੀਆਂ ਕਰਨ, ਤੇ ਉਹਨੇ ਚੱਕ ਕੇ ਪਾਣੀ 'ਚ ਸੱਟਤਾ, ਕਹਿੰਦਾ ਘਸ ਗਿਆ। ਉਹ ਜਿਹੜੀ ਇੰਨੀ ਕੁ ਚਿੱਪੜ ਸੀਗੀ, ਉਹ ਪਾਣੀ ਦੇ ਵਿੱਚ ਮੱਛੀ ਸੀ, ਉਹ ਮੱਛੀ ਨੇ ਖਾ ਲਈ। ਚਮਕਦੀ ਸੀ, ਚਮਕ ਆ ਗਈ, ਤੇ ਉਹਨੇ ਆਖਿਆ ਕੋਈ ਖਾਣ ਵਾਲੀ ਚੀਜ਼ ਹੈ, ਮੱਛੀ ਦਾ ਬੱਚਾ ਉਹਨੇ ਮੂੰਹ 'ਚ ਪਾ ਲਿਆ, ਪੇਟ 'ਚ ਗਈ ਚਲੀ। ਤੇ ਬਾਕੀ ਜਿਹੜਾ ਉਹਨਾਂ ਨੇ ਚੂਰਨ ਬਣਾ ਲਿਆ ਸੀ ਬੱਠਲ ਨੂੰ ਘਸਾ ਕੇ, ਉਹ ਉੱਥੇ ਹੀ ਬਰੇਤੀ ਦੇ ਵਿੱਚ ਹੀ ਰਲ ਰੁੜ ਗਿਆ ਕਿਤੇ। ਤੇ ਫਿਰ ਭਾਈ ਪ੍ਰੋਗਰਾਮ ਆਇਆ ਵਿਆਹ ਸ਼ਾਦੀ ਦਾ। ਤੇ ਜਦੋਂ ਪ੍ਰੋਗਰਾਮ ਵਿਆਹ ਸ਼ਾਦੀ ਦਾ ਆਇਆ, ਤੇ ਕਹਿੰਦੇ ਖੁੱਲੀ ਥਾਂ ਤੇ ਆਪਾਂ ਟੈਂਟ ਲਾ ਲਈਏ, ਖੁੱਲੀ ਥਾਂ ਤੇ ਵਿਆਹ ਕਰਾਂਗੇ। ਕਹਿੰਦੇ ਚਲੋ ਫਿਰ ਦਰਿਆ ਦੇ ਕੰਢੇ ਤੇ ਲੈ ਜਾਂਦੇ ਆ, ਠੰਡੀ ਬਰੇਤੀ ਹੈ, ਪਾਣੀ ਵਾਧੂ, ਕਿਉਂਕਿ ਉਦੋਂ ਦਰਿਆਵਾਂ ਦੇ ਪਾਣੀ ਬੜੇ ਸ਼ੁੱਧ ਤੇ ਪਵਿੱਤਰ ਹੋਇਆ ਕਰਦੇ ਸਨ, ਇਹਨਾਂ ਨੂੰ ਵਰਤਿਆ ਜਾਂਦਾ ਸੀ। ਇੱਥੇ ਭਾਈ ਹੁਣ ਸ਼ਾਮ ਦਾ ਸਮਾਂ ਹੋ ਗਿਆ, ਤੇ ਪੰਜ ਰਤਨੀ ਦਾ ਪ੍ਰਵਾਹ ਚੱਲ ਗਿਆ। ਜਦੋਂ ਪੰਜ ਰਤਨੀ ਦਾ ਪ੍ਰਵਾਹ ਚੱਲ ਗਿਆ, ਤੇ ਇਹਨੂੰ ਕਲਮੋ ਹੀ ਆਖਦੇ ਨੇ, ਕਲਾ ਖੜੀ ਹੋ ਗਈ ਹੈ, ਲੜਾਈ ਸ਼ੁਰੂ ਹੋ ਗਈ ਹੈ। ਤੇ ਉਹ ਜਿਹੜਾ ਬੱਠਲ ਲੋਹਾ ਘਸਿਆ ਸੀ ਨਾ, ਉਹਦੇ ਤੋਂ ਡਿੱਬ ਪੈਦਾ ਹੋ ਗਈ ਹੈ। ਜਦੋਂ ਲੜ ਪਏ ਨੇ ਸਾਰੇ ਆਪਸ ਦੇ ਵਿੱਚ, ਤੇ ਉਹ ਡਿੱਬ ਨੂੰ ਪੱਟ ਕੇ ਜਦੋਂ ਲੜਨ ਲੱਗੇ ਨੇ, ਤੇ ਉਹ ਡਿੱਬ ਤਲਵਾਰਾਂ ਬਣ ਗਈ, ਸ਼ਸਤਰ ਬਣ ਗਈ। ਇਸ ਤਰ੍ਹਾਂ ਜਾਦਵਾ ਸਾਰਿਆਂ ਦਾ ਨਾਸ ਹੋ ਗਿਆ। ਤੇ ਕ੍ਰਿਸ਼ਨ ਭਗਵਾਨ ਨੇ ਆਖਿਆ ਹੁਣ ਬੱਚਾ ਕਹਾਂ ਜਾਏਗਾ, ਜੇ ਮੈਂ ਇੱਥੋਂ ਭੱਜ ਜਾਵਾਂ ਤਾਂ। ਇਹ ਮੈਦਾਨ ਛੱਡ ਕੇ ਭੱਜ ਆਇਆ। ਜਦੋਂ ਮੈਦਾਨ ਛੱਡ ਕੇ ਭੱਜ ਆਇਆ, ਸਾਰੇ ਜਾਦਵ ਪਿੱਛੇ ਮਾਰੇ ਗਏ। ਇੱਕ ਜੰਗਲ ਦੇ ਵਿੱਚ ਆਣ ਕੇ ਸੌਂ ਗਏ। ਜੰਗਲ ਦੇ ਵਿੱਚ ਆਣ ਕੇ ਸੌਂ ਗਿਆ, ਭੱਜ ਕੇ ਆਇਆ ਸੀ, ਥੱਕਿਆ ਸੀ। ਤੇ ਇਹਨੇ ਕੀ ਕੀਤਾ, ਇੱਕ ਗੋਡਾ ਖੜਾ ਕਰਕੇ ਨਾ, ਤੇ ਦੂਜਾ ਪੈਰ ਗੋਡੇ ਦੇ ਉੱਤੇ ਰੱਖ ਕੇ ਤੇ ਲੰਮਾ ਪੈ ਗਿਆ। ਮੇਰੇ ਖਿਆਲ ਗੱਲ ਦੀ ਸਮਝ ਆ ਗਈ ਹੋਣੀ ਵੀ ਕਿਵੇਂ ਲੰਮਾ ਪਿਆ ਹੈ। ਇੱਕ ਗੋਡਾ ਖੜਾ ਕਰ ਲਿਆ ਹੈ, ਤੇ ਉਹ ਗੋਡੇ ਦੇ ਉੱਤੇ ਜਿਹੜਾ ਸੱਜਾ ਪੈਰ ਸੀ ਉਹ ਰੱਖ ਦਿੱਤਾ ਹੈ। ਤੇ ਜਿਹੜਾ ਵੀ ਉਹ ਇੰਨਾ ਕੁ ਪੀਸ ਬਣਿਆ ਸੀ ਨਾ, ਮੱਛੀ ਦੇ ਢਿੱਡ ਦੇ ਵਿੱਚ ਗਿਆ। ਤੇ ਬਦਕ ਨੇ ਕੀ ਕੀਤਾ, ਉਹ ਮੱਛੀ ਫੜ ਲਈਏ, ਬਾਕੀ ਵੇਚ ਦਿੱਤੀ, ਉਹ ਆਪ ਵਾਸਤੇ ਰੱਖ ਲਈਏ ਵੀ ਆਪਾਂ ਵੀ ਸ਼ਾਮ ਨੂੰ ਸਬਜ਼ੀ ਬਣਾਵਾਂਗੇ। ਕੀ ਦੇਖਦਾ, ਉਹ ਮੱਛੀ ਦੇ ਪੇਟ ਦੇ ਵਿੱਚੋਂ ਲੋਹਾ ਨਿਕਲਿਆ। ਕਹਿੰਦਾ ਲੋਹਾ ਹੈ, ਤੇ ਚਲੋ ਆਪਾਂ ਤੀਰ ਦੇ ਅੱਗੇ ਲਾ ਲੈਂਦੇ ਹਾਂ। ਉਹਨੇ ਕਾਹਨੇ ਦੇ ਅੱਗੇ, ਤੀਰ ਦੇ ਅੱਗੇ ਲਾ ਲਿਆ, ਤੇ ਜੰਗਲ ਦੇ ਵਿੱਚ ਸ਼ਿਕਾਰ ਲਈ ਗਿਆ ਹੈ। ਤੇ ਕ੍ਰਿਸ਼ਨ ਭਗਵਾਨ ਦੇ ਪੈਰ ਦੇ ਵਿੱਚ ਪਦਮ ਸੀ, ਉਹ ਚਮਕਿਆ, ਉਹਨੂੰ ਲੱਗਿਆ ਸ਼ਾਇਦ ਮਿਰਗ ਦੀ ਅੱਖ ਹੈ। ਉਹਨੇ ਤੀਰ ਮਾਰਿਆ, ਜਿਹਦੇ ਨਾਲ ਕ੍ਰਿਸ਼ਨ ਦਾ ਅੰਤ ਹੋ ਗਿਆ। ਹੁਣ ਇੱਥੇ ਦੁਰਵਾਸਾ ਸੁਕਰਤ ਠਗੌਰੀ, ਦੁਰਵਾਸਾ ਰਿਸ਼ੀ ਦੇ ਨਾਲ ਇਸ ਤਰ੍ਹਾਂ ਇਹਨਾਂ ਨੇ ਗਲਤ ਕੰਮ ਕੀਤਾ ਸੀ, ਠੱਗੀ ਮਾਰੀ ਸੀ। ਜਾਦਵ ਇਹ ਫਲ ਪਾਏ, ਤੇ ਵੇਖੋ ਜਾਦਵਾਂ ਨੂੰ ਇਸ ਦਾ ਕਿੰਨਾ ਗੁਨਾਹ ਲੱਗਿਆ। ਇਹਨਾਂ ਦੀ ਸਾਰੀ ਕੁੱਲ ਹੀ ਨਾਸ ਹੋ ਗਈ ਸੀ। ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦੇਵ ਹਰ ਗੁਣ ਗਾਏ। ਤੇ ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ, ਸਾਡੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ। ਸਾਨੂੰ ਉਸ ਪ੍ਰਮਾਤਮਾ ਨੇ ਆਪਣੇ ਗੁਣਾਂ ਦੇ ਨਾਲ ਜੋੜ ਰੱਖਿਆ। ਜਦੋਂ ਬੰਦਾ ਬਾਣੀ ਦੇ ਨਾਲ ਜੁੜਿਆ ਰਵੇ, ਨਾਮ ਦੇ ਨਾਲ ਜੁੜਿਆ ਰਵੇ ਨਾ, ਤੇ ਫਿਰ ਇਸ ਤਰ੍ਹਾਂ ਦੇ ਜਿਹੜੇ ਬੁਰੇ ਕਰਮ ਨੇ ਬੰਦੇ ਨੂੰ ਸੁੱਝਦੇ ਹੀ ਨਹੀਂ। ਅੰਗਰੇਜ਼ੀ ਦਾ ਇੱਕ ਸ਼ਬਦ ਹੈ, ਐਮਟੀ ਮਾਈਂਡ ਇਜ਼ ਅ ਨੈਵਰ ਵਰਕਸ਼ਾਪ। ਜਦੋਂ ਅਸੀਂ ਖਾਲੀ ਰਵਾਂਗੇ, ਵਿਹਲੇ ਰਵਾਂਗੇ, ਤੇ ਸ਼ਰਾਰਤਾਂ ਤਾਂ ਫੇਰ ਹੀ ਸੁੱਝਣਗੀਆਂ ਨਾ। ਜੇ ਅਸੀਂ ਰੁਝੇਵੇਂ ਦੇ ਵਿੱਚ ਰਵਾਂਗੇ, ਕਦੀ ਬਾਣੀ ਪੜ੍ਹ ਲਈ, ਕਦੀ ਸੇਵਾ ਕਰ ਲਈ, ਕਦੀ ਕੁਝ ਕਰ ਲਿਆ, ਕੰਮ ਦੇ ਵਿੱਚ ਲੱਗੇ ਰਵਾਂਗੇ, ਤੇ ਫਿਰ ਸ਼ਰਾਰਤਾਂ ਨਹੀਂ ਸੁੱਝਣਗੀਆਂ। ਇਹ ਹੁਣ ਜਾਦਵ ਸਨ, ਸਾਰੇ ਵਿਹਲੇ ਸਨ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਗਏ ਸਨ, ਕਾਬਜ ਹੋ ਗਏ ਸਨ, ਤੇ ਹੁਣ ਸ਼ਰਾਰਤਾਂ ਕਰਨ ਲੱਗ ਗਏ ਨੇ। ਇਸ ਕਰਕੇ ਇਹਨਾਂ ਦਾ ਇਹ ਹਾਲ ਹੋਇਆ। ਤਾਂ ਤੇ ਭਗਤ ਨਾਮਦੇਵ ਜੀ ਕਹਿੰਦਾ, ਅਸੀਂ ਤਾਂ ਵਿਹਲੇ ਨਹੀਂ ਰਹਿੰਦੇ, ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਆ, ਉਹਦੇ ਸਿਮਰਨ ਦੇ ਨਾਲ, ਉਹਦੇ ਗੁਣਾਂ ਦੇ ਨਾਲ ਜੁੜਦੇ ਰਹਿੰਦੇ ਆ। ਜਿਸ ਕਰਕੇ ਉਹ ਵਾਹਿਗੁਰੂ ਕਿਰਪਾ ਕਰਦਾ, ਸਾਨੂੰ ਇਸ ਤਰ੍ਹਾਂ ਦੀ ਪੁੱਠੀ ਮੱਤ ਵਾਲੇ ਗਲਤ ਕੰਮ, ਗਲਤ ਖਿਆਲ ਨੇ ਜਿਹੜੇ ਉਹ ਨਹੀਂ ਆਉਂਦੇ ਹਨ ਜੀ। 10 ਬੈਰਾਗਨ ਮੋਹਿ ਬਸ ਕੀਨੀ, ਪੰਚੋ ਕਾ ਮਿਟ ਨਾਹੂ। ਅੱਗੇ ਭਗਤ ਜੀ ਕਿਰਪਾ ਕਰਕੇ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ। 10 ਬੈਰਾਗਨ, ਇਹ 10 ਇੰਦਰੇ ਨੇ ਸਾਡੇ, 5 ਕਰਮ ਇੰਦਰੇ ਨੇ ਤੇ 5 ਗਿਆਨ ਇੰਦਰੇ ਨੇ। ਇਹਨਾਂ ਨੂੰ ਇੱਥੇ ਬੈਰਾਗਨ ਆਖਿਆ ਹੈ। ਬਸ ਕਿੰਨੀ, ਇਹ ਹੁਣ 10 ਦੇ 10 ਹੀ ਸਾਡੇ ਵਸ ਨੇ। ਜਿਨ੍ਹਾਂ ਦੇ ਹੱਥ ਵਸ ਨਹੀਂ ਨਾ ਹੁੰਦਾ, ਉਹ ਫਿਰ ਕੋਲ ਬੈਠੇ ਨੂੰ ਝੂੰਡੀਆਂ ਵੱਢੀ ਜਾਂਦੇ ਨੇ।
ਜਿਨ੍ਹਾਂ ਦੇ ਪੈਰ ਵੱਸ ਨਹੀਂ ਹੁੰਦਾ ਉਹ ਫਿਰ ਪੈਰ ਹਿਲਾਈ ਜਾਂਦੇ ਨੇ, ਮੰਜੀ ਤੇ ਬੈਠੇ ਜਾਂ ਕਿਤੇ ਵੀ ਖੜੇ। ਤੇ ਜਿਨ੍ਹਾਂ ਦੇ ਜ਼ਬਾਨ ਨਹੀਂ ਵੱਸ ਹੁੰਦੀ ਉਹ ਫਿਰ ਕੁਝ ਨਾ ਕੁਝ ਬੋਲੀ ਜਾਂਦੇ ਨੇ। ਜਿਨ੍ਹਾਂ ਦੇ ਅੱਖਾਂ ਵੱਸ ਵਿੱਚ ਨਹੀਂ ਹੁੰਦੀਆਂ ਉਹ ਗਲਤ ਵੇਖਦੀਆਂ ਨੇ। ਜਿਨ੍ਹਾਂ ਦੇ ਕੰਨ ਵੱਸ ਵਿੱਚ ਨਹੀਂ ਹੁੰਦੇ ਉਹ ਗਲਤ ਸੁਣਦੇ ਨੇ। ਭਗਤ ਜੀ ਹੁਣ ਦੱਸ ਰਹੇ ਨੇ 10 ਬਰਾਗਣ ਮੋਏ ਵੱਸ ਕੀਨੀ, ਅਸੀਂ ਦਸੂ ਦੇ ਦਸੇ ਇੰਦਰੇ ਜਿਹੜੇ ਨੇ ਵੱਸ ਵਿੱਚ ਕੀਤੇ ਹੋਏ ਨੇ। ਪੰਚੋ ਕਾਮ ਮਿਟਨਾਵੋ, ਤੇ ਹੁਣ 10 ਇੰਦਰੀਆਂ ਦੇ ਨਾਲ ਜਿਹੜੇ 5 ਵਿਕਾਰ ਸੰਬੰਧ ਰੱਖਦੇ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ ਜੀ। ਸਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੋ ਮਾਰ ਕਢਾਵੋ। ਸਤਰ ਦਾ ਅਰਥ ਹੁੰਦਾ ਪਰਦਾ। ਸਤਰ ਦੋਏ ਭਰੇ, ਦੋ ਜਿਹੜੇ ਨੇ ਉਹ ਪਰਦੇ ਦੇ ਵਿੱਚ ਨੇ। 10 ਇੰਦਰੇ ਨੇ, ਇਹ ਸਾਨੂੰ ਦਿਸਦੇ ਨੇ, ਕੰਨ, ਅੱਖਾਂ, ਨੱਕ, ਮੂੰਹ, ਜ਼ੁਬਾਨ, ਹੱਥ, ਪੈਰੇ। 10 ਇੰਦਰੇ ਨੇ, ਇਹ ਤਾਂ ਦਿਸਦੇ ਨੇ। 2 ਇੰਦਰੇ ਨੇ ਉਹ ਗੁਪਤ ਇੰਦਰੇ ਨੇ। ਸਤਰ ਦਾ ਅਰਥ ਪਰਦਾ, ਦੋਏ ਭਰੇ ਅੰਮ੍ਰਿਤਸਰ, ਇਹ ਦੋ ਜਿਹੜੇ ਪਰਦੇ ਵਿੱਚ ਨੇ, ਮਨ ਤੇ ਬੁੱਧ, ਇਹਨਾਂ ਦੇ ਵਿੱਚ ਉਹ ਨਾਮ ਕਰਕੇ ਅੰਮ੍ਰਿਤ ਭਰ ਗਿਆ ਹੈ। ਬਿੱਕੋ ਮਾਰ ਕਢਾਵੋ, ਤੇ ਹੁਣ ਅੰਦਰ ਜ਼ਹਿਰ ਵੀ ਨਹੀਂ ਰਹੀ। ਜਿਹੜੀ ਜ਼ਹਿਰ ਸੀ ਨਾ ਅੰਦਰ ਉਹ ਵੀ ਨਹੀਂ ਰਹੀ, ਕਿਉਂਕਿ ਇਸ ਜ਼ਹਿਰ ਨੂੰ ਕੱਢ ਕੇ ਦੋਹਾਂ ਦੇ ਵਿੱਚ, ਮਨ ਤੇ ਬੁੱਧੀ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਅੰਮ੍ਰਿਤਮਈ ਨਾਮ ਭਰਿਆ ਗਿਆ ਹੈ ਜੀ। ਪਾਛੈ ਬਹੁ ਨਾ ਆਵਣ ਪਾਵੋ, ਤੇ ਹੁਣ ਬਾਅਦ ਦੇ ਵਿੱਚ ਇਹ ਸਾਡੇ ਕੋਲੇ ਨਹੀਂ ਆਉਣਗੇ। ਜਦੋਂ ਇੱਕ ਵਾਰੀ ਕੱਢ ਦਿੱਤੇ ਇਹਨਾਂ ਨੂੰ ਅਸੀਂ ਆਉਣ ਨਹੀਂ ਦਿਆਂਗੇ, ਜਾਂ ਹੁਣ ਸਾਨੂੰ ਦੁਨੀਆ ਦੇ ਅੰਦਰ ਆਉਣ ਦੀ ਲੋੜ ਨਹੀਂ ਹੈਗੀ। ਇਹਦੇ ਦੋਵੇਂ ਅਰਥ ਹੀ ਸਮਝ ਲੈਣੇ ਨੇ। ਪਾਛੇ ਦਾ ਅਰਥ ਹੁੰਦਾ ਪਿੱਛੋਂ, ਬਾਅਦ ਵਿੱਚ। ਬਹੁਰ ਨਾ ਆਵਣ ਪਾਵੋ, ਬਾਅਦ ਵਿੱਚ ਭਾਵ ਜਦੋਂ ਸਰੀਰ ਛੱਡ ਕੇ ਚਲੇ ਗਏ ਤੇ ਦੁਬਾਰਾ ਫਿਰ ਸਾਨੂੰ ਸਰੀਰ ਨਹੀਂ ਧਾਰਨ ਕਰਨਾ ਪੈਂਦਾ, ਕਿਉਂਕਿ 10 ਇੰਦਰੀਆਂ ਨੂੰ ਵੀ ਵਸ ਵਿੱਚ ਕਰ ਲਿਆ ਤੇ ਮਨ ਤੇ ਬੁੱਧ ਦੇ ਵਿੱਚੋਂ ਵਿਕਾਰਾਂ ਦੀ, ਬੁਰਾਈਆਂ ਦੀ ਜ਼ਹਿਰ ਕੱਢ ਕੇ ਨਾ ਇਹਦੇ ਵਿੱਚ ਅੰਮ੍ਰਿਤ ਭਰਿਆ ਹੈ। ਤੇ ਦੂਜਾ ਅਰਥ ਇਹਦਾ ਪਾਛੇ ਬਹੁਰ ਨਾ ਆਵਣ ਪਾਵੋ, ਜਿਹੜੇ 5 ਵਿਕਾਰ ਨੇ ਇਹਨਾਂ ਨੂੰ ਅਸੀਂ ਹੁਣ ਬਾਅਦ ਦੇ ਵਿੱਚ ਇੱਕਰੀ ਜਦੋਂ ਕੱਢ ਲਏ ਉਦੋਂ ਬਾਅਦ ਅੰਦਰ ਪ੍ਰਵੇਸ਼ ਨਹੀਂ ਕਰਨ ਦੇਣਾ ਹੈ ਜੀ। ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕੋ ਸਮਝਾਵੋ। ਇਹ ਬਾਣੀ ਅੰਮ੍ਰਿਤਮਈ ਏ। ਆ ਵੇਖੋ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਨਾ, ਗੁਰਬਾਣੀ ਸਾਨੂੰ ਗਿਆਨ ਬਖਸ਼ਿਸ਼ ਕਰ ਰਹੀ ਏ। ਅੰਮ੍ਰਿਤ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਪਵਿੱਤਰ ਬਾਣੀ, ਭਾਵੇਂ ਉਹ ਗੁਰੂ ਦੀ ਏ, ਭਾਵੇਂ ਭਗਤ ਦੀ ਏ, ਤੇ ਭਾਵੇਂ ਕਿਸੇ ਗੁਰਸਿੱਖ ਦੀ ਏ, ਭਾਵੇਂ ਸੰਤ ਦੀ ਏ, ਇਹ ਬਾਣੀ ਜਿਹੜੀ ਏ ਇਹ ਧੁਰ ਕੀ ਹੈ, ਧੁਰ ਦਰਗਾਹ ਤੋਂ ਆਈ ਹੈ। ਤੇ ਇਹ ਅੰਮ੍ਰਿਤਮਈ ਬਾਣੀ ਏ। ਘਟ ਤੇ ਉਚਰੋ, ਘਟ ਕਹਿੰਦੇ ਨੇ ਸਰੀਰ ਨੂੰ, ਭਗਤ ਨਾਮਦੇਵ ਜੀ ਕਹਿੰਦੇ ਨੇ ਹੁਣ ਬਾਣੀ ਹੈ ਨਾ ਜਿਹੜੀ, ਇਹ ਸਾਡੇ ਸਰੀਰ ਦੇ ਵਿੱਚੋਂ ਉਚਰਨ ਹੋ ਰਹੀ ਹੈ। ਭਾਵ ਅਸੀਂ ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਆਤਮ ਕੋ ਸਮਝਾਵੋ, ਤੇ ਬਾਣੀ ਦੇ ਨਾਲ ਆਤਮਾ ਨੂੰ ਸਮਝਾਇਆ ਗਿਆ। ਇੱਥੇ ਆਤਮ ਦਾ ਅਰਥ ਮਨ ਹੈ। ਬਾਣੀ ਦੇ ਨਾਲ ਮਨ ਨੂੰ ਸਮਝਾਇਆ ਵੀ ਵੇਖ ਮਨਾ, ਇਤਨੇ ਵੱਡੇ ਦੁਨੀਆ ਤੋਂ ਹੋ ਕੇ ਚਲੇ ਗਏ ਨੇ, ਤੇ ਤੂੰ ਵੀ ਉਹਨਾਂ ਦੀ ਤਰ੍ਹਾਂ ਚਲੇ ਜਾਣਾ ਹੈ, ਤੇ ਕਿਵੇਂ ਸੰਸਾਰ ਨੂੰ ਨਾ ਚੰਬੜ ਜੀ। ਤੇ ਦੂਸਰਾ ਦਰਬਾਸਾ ਜੋ ਕਰਤ ਠਗੌਰੀ, ਤੇ ਵੇਖ ਕਿਸੇ ਸੰਤ ਮਹਾਤਮਾ ਨੂੰ ਨਾ ਤੂੰ ਗਲਤ ਨਾ ਬੋਲ ਬੈਠੀ, ਟੀਚਰ ਨਾ ਕਰ ਬੈਠੀ, ਨਹੀਂ ਤਾਂ ਕੁੱਲ ਦਾ ਵੀ ਨਾਸ ਹੋ ਜਾਏਗਾ। ਇਹ ਸਾਰੀ ਸਿੱਖਿਆ ਜਿਹੜੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜੋ ਅੰਮ੍ਰਿਤਮਈ ਹੈ, ਸਾਡਾ ਗੁਰੂ ਹੈ, ਇਹ ਬਖਸ਼ਿਸ਼ ਕਰ ਰਹੇ ਹਨ ਜੀ। ਰਹਾਉ ਬਜਰ ਕੁਠਾਰ ਮੋਹਿ ਹੈ ਛੀਨਾ, ਕਰ ਮਿਨਤ ਲਗ ਪਾਵੋ। ਤੇ ਬੱਜਰ ਕਹਿੰਦੇ ਨੇ ਨਾਮ ਲਾ ਕੇ ਇੱਥੇ ਕਿਰਪਾ ਕਰ ਰਹੇ ਨੇ। ਬੱਜਰ ਜਿਵੇਂ ਸੀਮਟ ਤੇ ਬਜਰੀ ਤੇ ਬਰੇਤੀ ਮਿਲਾ ਕੇ ਆਪਾਂ ਇੱਕ ਪਿੱਲਰ ਜਿਹਾ ਬੰਨ ਲੈਂਦੇ ਨਾ, ਵਿੱਚ ਸਰੀਏ ਪਾ ਕੇ, ਉਹ ਫਿਰ ਬੱਜਰ ਹੋ ਜਾਂਦਾ ਹੈ, ਬੜਾ ਮਜ਼ਬੂਤ ਹੋ ਜਾਂਦਾ ਹੈ। ਇਹਦਾ ਅਰਥ ਫਿਰ ਕਰਦੇ ਨੇ ਮਜ਼ਬੂਤ। ਬੱਜਰ ਕੁਠਾਰ, ਕੁਠਾਰ ਕਹਿੰਦੇ ਨੇ ਕੁਹਾੜੇ ਨੂੰ। ਮੋਹ ਹੈ ਛੀਨਾ, ਬੜਾ ਸਖਤ ਬਣਿਆ ਹੋਇਆ ਜਿਹੜਾ ਕੁਹਾੜਾ ਹੋਵੇ ਨਾ, ਉਹਨੂੰ ਜੇ ਲੋਹੇ ਤੇ ਵੀ ਮਾਰ ਦਈਏ ਤੇ ਲੋਹੇ 'ਚ ਵੀ ਟੱਕ ਪੈ ਜਾਂਦਾ। ਕਹਿੰਦਾ ਮੋਹ ਇਸ ਤਰ੍ਹਾਂ ਦਾ ਸੀ। ਬੱਜਰ ਕੁਠਾਰ ਜਿਵੇਂ ਬੜਾ ਸਖਤ ਕੁਹਾੜਾ ਹੋਵੇ ਤੇ ਉਹਨੂੰ ਲੋਹੇ ਤੇ ਮਾਰੀਏ ਤੇ ਲੋਹੇ ਦੇ ਵਿੱਚ ਵੀ ਉਸ ਕੁਹਾੜੇ ਦਾ ਨਿਸ਼ਾਨ ਪੈ ਜਾਂਦਾ, ਪਰ ਕੁਹਾੜਾ ਜਿਹੜਾ ਉਹ ਨਹੀਂ ਮੁੜਦਾ। ਉਸੇ ਤਰ੍ਹਾਂ ਮੋਹ ਹੈ ਜਿਹੜਾ ਇਸ ਤਰ੍ਹਾਂ ਬੱਜਰ ਕੁਠਾਰ ਦੇ ਕੁਹਾੜੇ ਦੀ ਤਰ੍ਹਾਂ ਬੜਾ ਤਿੱਖਾ ਹੈ ਤੇ ਨਾ ਮੁੜਨ ਵਾਲਾ ਹੈ। ਸ਼ੀਨਾ ਕਰ ਮਿੰਨਤ ਲੱਗ ਪਾਵੋ, ਉਹ ਵੀ ਖੋਲਿਆ ਹੈ। ਪਰਮਾਤਮਾ ਦੀ ਕਿਰਪਾ ਹੋ ਗਈ, ਉਹ ਵੀ ਨਾਸ ਹੋ ਗਿਆ। ਇਹ ਕੁਹਾੜਾ ਵੀ ਜਿਹੜਾ ਵੱਢਣ ਵਾਲਾ ਸੀ ਸਾਡੀ ਅਧਿਆਤਮਕ ਦੀ ਵੱਲ ਨੂੰ, ਇਹ ਵੀ ਨਾਸ ਹੋ ਗਿਆ। ਕਰ ਮਿੰਨਤ ਲੱਗ ਪਾਵੋ, ਤੇ ਅਸੀਂ ਨਾ ਹੁਣ
ਮਿੰਨਤਾਂ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹੇ ਨੇ। ਜਾਂ ਕਰ ਮਿੰਨਤ ਲੱਗ ਪਾਵੋ, ਇਹ ਹੁਣ ਮਿੰਨਤਾਂ ਕਰਨ ਲੱਗ ਗਿਆ। ਜਿਹੜਾ ਸਾਨੂੰ ਵੱਢਣ ਤੇ ਤੁਰਿਆ ਸੀ ਨਾ, ਕੁਹਾੜਾ ਵਜਰ ਦਾ ਬਣਿਆ ਹੋਇਆ, ਇਹ ਮਿੰਨਤਾਂ ਕਰਨ ਤੇ ਲੱਗ ਗਏ। ਇਹਦੇ ਵੀ ਦੋਵੇਂ ਅਰਥ ਸਮਝਣੇ ਨੇ। ਦੂਜਾ ਅਰਥ ਇਹ ਸਮਝ ਲੈਣਾ ਹੈ ਕਿ ਅਸੀਂ ਮਿੰਨਤ ਅਰਦਾਸ ਬੇਨਤੀ ਕਰਕੇ ਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਾਂ ਜੀ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ। ਤੇ ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਜਿਹੜੇ ਸੰਤ ਨੇ, ਸੰਤ ਦਾ ਬਹੁਵਚਨ ਸੰਤਨ ਹੁੰਦਾ ਹੈ, ਤੇ ਸੰਤਨ ਤੋਂ ਭਾਵ ਜਦੋਂ ਸੰਤ ਦਾ ਬਹੁਵਚਨ ਸੰਤਨ ਹੋ ਜੇ ਫਿਰ ਸਤ ਸੰਗਤ ਇਹਦਾ ਅਰਥ ਬਣਦਾ ਹੈ। ਸਤ ਸੰਗਤ ਹੈ ਜਿਹੜੀ, ਇਹਦੀ ਅਸੀਂ ਸੇਵਾ ਕਰਨੀ ਹੈ। ਉਲਟੇ ਸੇਵਕ, ਜਿਹੜੀ ਸਤ ਸੰਗਤ ਹੈ ਨਾ, ਗੁਰੂ ਜੀ ਦੀ ਸੰਗਤ ਹੈ, ਇਹਦੇ ਅਸੀਂ ਸੇਵਕ ਆ, ਇਹਦੀ ਸੇਵਾ ਕਰਨੀ ਹੈ। ਜਾਂ ਬਹੁਵਚਨ ਤੇ ਲੈ ਲਓ ਵੀ ਜਿਹੜਾ ਵੀ ਕੋਈ ਸੰਤ ਮਹਾਤਮਾ ਮਿਲੇ ਅਸੀਂ ਉਹਦੀ ਸੇਵਾ ਕਰਨ ਨੂੰ ਤਿਆਰ ਹਾਂ। ਵੈਸੇ ਸੰਤਨ ਸੰਤ ਦਾ ਬਹੁਵਚਨ ਹੈ, ਤੇ ਸੰਗਤ ਦੇ ਵਿੱਚ ਜਿਹੜਾ ਵੀ ਪ੍ਰਾਣੀ ਆ ਜਾਵੇ ਉਹ ਸੰਤ ਸਰੂਪ ਹੋ ਜਾਂਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸ਼ਬਦ ਆਉਂਦਾ, ਸੰਤੋ ਮਨ ਕਾ ਕ੍ਰੋਧ ਤਿਆਗੋ। ਹੁਣ ਸਤ ਸੰਗਤ ਨੂੰ ਸੰਤ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਕਾਰਦੇ ਨੇ ਵੀ ਜਿਹੜਾ ਸਾਡੇ ਅੰਦਰ ਕ੍ਰੋਧ ਹੈ ਨਾ, ਉਹਨੂੰ ਛੱਡਣਾ ਕਰੀਏ। ਮਨ ਦਾ ਕ੍ਰੋਧ ਹੈ ਜਿਹੜਾ, ਇਹਨੂੰ ਤਿਆਗਣਾ ਕਰੀਏ। ਸੰਤਨ ਕੇ ਹਮ ਉਲਟੇ ਸੇਵਕ, ਜਿਹੜੇ ਸਤ ਸੰਗੀ ਨੇ, ਸੰਗਤ ਹੈ ਜਿਹੜੀ ਗੁਰੂ ਮਹਾਰਾਜ ਜੀ ਦੀ ਪਿਆਰੀ, ਇਹਦੀ ਅਸੀਂ ਸੇਵਾ ਕਰਨ ਵਾਲੇ। ਉਲਟ ਕੇ ਇਹਦੀ ਸੇਵਾ ਕਰਦੇ ਹਾਂ, ਭਾਵ ਇਸ ਤਰ੍ਹਾਂ ਨਹੀਂ ਕਿ ਇੱਥੇ ਅਸੀਂ ਵੱਡੇ ਹੋ ਕੇ ਬਹਿ ਗਏ ਆ, ਇਸ ਤਰ੍ਹਾਂ ਨਹੀਂ। ਉਲਟ ਕੇ ਅਸੀਂ ਉਹਨਾਂ ਦੇ ਸੇਵਾਦਾਰ ਹੋਏ ਆ, ਸੇਵਾ ਕਰਦੇ ਆ। ਭਗਤਨ ਤੇ ਡਰ ਪਾਵੋ, ਤੇ ਜਿਹੜੇ ਭਜਨ ਕਰਨ ਵਾਲੇ ਨੇ, ਭਗਤੀ ਕਰਨ ਵਾਲੇ ਨੇ, ਉਹਨਾਂ ਦਾ ਅਸੀਂ ਅੰਦਰ ਭੈ ਰੱਖਦੇ ਆ। ਕਾਹਦੇ ਲਈ? ਵੀ ਕਿਤੇ ਜਿਵੇਂ ਦੁਰਵਾਸਾ ਰਿਸ਼ੀ ਦੇ ਮੁਖ ਚੋਂ ਸ਼ਬਦ ਨਿਕਲਿਆ ਸੀ, ਇਹਨਾਂ ਭਗਤਾਂ ਦੇ ਮੁਖ ਦੇ ਵਿੱਚੋਂ ਕੋਈ ਸ਼ਬਦ ਨਿਕਲ ਗਿਆ ਤੇ ਸਾਡਾ ਕਿਤੇ ਨੁਕਸਾਨ ਨਾ ਹੋ ਜਾਵੇ ਜੀ। ਇਹ ਸੰਸਾਰ ਤੇ ਤਬ ਹੀ ਛੁਟੋ, ਜੋ ਮਾਇਆ ਨਹੀਂ ਲਟਾਵੋ। ਇਹ ਅੱਗੇ ਭਗਤ ਜੀ ਕਹਿੰਦੇ ਨੇ ਜੇ ਮਾਣੇ ਨਾ ਵੀ ਅਸੀਂ ਸੰਸਾਰ ਤੋਂ ਛੁੱਟ ਜਾਈਏ, ਸਾਡੀ ਗਤੀ ਹੋ ਜਾਈਏ, ਤੇ ਇਹ ਤਾਂ ਹੋਵੇਗੀ ਜੇ ਅਸੀਂ ਮਾਇਆ ਨੂੰ ਛੱਡਾਂਗੇ, ਮਾਇਆ ਨੂੰ ਨਹੀਂ ਚੰਬੜਾਂਗੇ ਜੀ। ਮਾਇਆ ਨਾਮ ਗਰਭ ਜੋਨ ਕਾ, ਤੇ ਤਜ ਦਰਸ਼ਨ ਪਾਵੋ। ਇਹ ਜਿਹੜੀ ਮਾਇਆ ਨਾਮ ਹੀ ਦੁਬਾਰਾ ਜੂਨਾਂ ਚ ਪੈਂਦਾ ਹੈ। ਹੁਣ ਮਾਇਆ ਕੀ ਹੈ? ਮਾਇਆ ਕਿਸ ਨੂੰ ਆਖੀਏ? ਕਿਆ ਮਾਇਆ ਕਰਮ ਕਮਾਏ? ਮਾਇਆ ਕਿਹਨੂੰ ਆਖਿਆ ਜਾਂਦਾ ਤੇ ਕੰਮ ਕੀ ਕਰਦੀ ਹੈ? ਇਹਦਾ ਇੱਕੋ ਤੇ ਇੱਕ ਕੰਮ ਹੈ। ਉਹ ਕੰਮ ਇਹ ਹੈ ਕਿ ਜਿਵੇਂ ਪਿੰਡ ਦੇ ਵਿੱਚ ਪਾਰਟੀਆਂ ਬਾਜ਼ੀਆਂ ਹੁੰਦੀਆਂ ਨੇ, ਇੱਕ ਸਰਪੰਚ ਹੈ ਤੇ ਉਹ ਹੁਣ ਆਪਣੇ ਮੇਰ ਵਾਲਿਆਂ ਨੂੰ ਯਤਨ ਕਰਦਾ ਵੀ ਮੇਰੇ ਨਾਲ ਹੀ ਰਹਿਣ, ਮੇਰੀਆਂ ਵੋਟਾਂ ਨਾ ਘਟਣ। ਇਸੇ ਤਰ੍ਹਾਂ ਮਾਇਆ ਜਿਹੜੀ ਇਹ ਇਸੇ ਯਤਨ 'ਚ ਰਹਿੰਦੀ ਵੀ ਲੋਕੀ ਮੇਰੇ ਨਾਲ ਜੁੜੇ ਰਹਿਣ ਤੇ ਸੰਸਾਰ ਦੀ ਰਚਨਾ ਹੋਵੇ। ਜੇ ਸੰਸਾਰ ਨਹੀਂ ਹੋਏਗਾ ਤੇ ਮੈਂ ਰਾਜ ਕਿੰਦੇ ਤੇ ਕਰਾਂਗੀ। ਜੇ ਪਿੰਡ ਹੀ ਨਹੀਂ ਹੋਏਗਾ, ਪਿੰਡ ਦੇ ਵਿੱਚ ਸਰਪੰਚ ਦੇ ਮਗਰ 4 ਬੰਦੇ ਹੀ ਨਹੀਂ ਹੋਣਗੇ, ਤੇ ਫਿਰ ਭਾਈ ਸਰਪੰਚ ਜਿਹੜਾ ਉਹ ਸਰਪੰਚੀ ਕਾਹਦੇ ਸਿਰ ਤੇ ਕਰੇਗਾ? ਇਸੇ ਕਰਕੇ ਮਾਇਆ ਨੂੰ ਤਕਲੀਫ ਹੁੰਦੀ ਹੈ ਜਦੋਂ ਕੋਈ ਭਜਨ ਬੰਦਗੀ ਸਿਮਰਨ ਵਾਲੇ ਪਾਸੇ ਤੁਰਦਾ ਨਾ, ਫਿਰ ਉਹਨੂੰ ਬੜਾ ਤੰਗ ਕਰਦੀ ਹੈ। ਕਿਤੇ ਗਰੀਬੀ ਲਿਆ ਦਿੰਦੀ ਹੈ, ਕਿਤੇ ਹੋਰ ਕਿਸੇ ਤਰ੍ਹਾਂ ਦੀ ਮੁਸੀਬਤ ਖੜੀ ਕਰ ਦਿੰਦੀ ਹੈ। ਇਹ ਮਾਇਆ ਦਾ ਕੰਮ ਹੈ। ਮਾਇਆ ਨਾਮ ਗਰਭ ਜੋਨ ਕਾ, ਮਾਇਆ ਨਾਮ ਹੀ ਇਸ ਚੀਜ਼ ਦਾ ਹੈ ਜਿਹੜੀ ਸਾਨੂੰ ਜੂਨਾਂ 'ਚ ਪਾ ਦਿੰਦੀ ਹੈ। ਮੈਂ ਇੱਥੇ ਇਹ ਵੀ ਦੱਸ ਦਿਆਂ, ਜੇ ਅਸੀਂ ਭਜਨ ਕਰਨ ਬੈਠੇ ਹਾਂ, ਨਿਤਨੇਮ ਕਰਨ ਬੈਠੇ ਹਾਂ ਨਾ, ਤੇ ਸਾਡਾ ਲਾਡਲਾ ਪੋਤਰਾ ਆਣ ਕੇ ਸਾਡੀ ਝੋਲੀ 'ਚ ਬਹਿ ਜਾਂਦਾ, ਸਾਨੂੰ ਡਿਸਟਰਬ ਕਰਦਾ ਹੈ, ਪਾਠ ਨਹੀਂ ਕਰਨ ਦਿੰਦਾ, ਤੇ ਉਹ ਵੀ ਮਾਇਆ ਦਾ ਪ੍ਰੇਰਿਆ ਆਇਆ ਜੀ। ਮੋਹ ਕਰਕੇ ਨਹੀਂ ਆਇਆ, ਉਹਨੂੰ ਮਾਇਆ ਨੇ ਪ੍ਰੇਰਿਆ ਹੈ। ਜਾਂ ਭਾਈ ਤੇਰੇ ਆਖੇ ਲੱਗ ਕੇ ਨਾ ਉਹ ਗੁਟਕਾ ਸਾਹਿਬ ਰੱਖ ਦੇਵੇਗਾ, ਤੇਰੇ ਨਾਲ ਗੱਲੀ ਲੱਗ ਜਾਵੇਗਾ, ਤੇ ਫਿਰ ਹੀ ਉਹ ਗਰਭ ਜੂਨੀ 'ਚ ਆਏਗਾ ਨਾ। ਇਸ ਤਰ੍ਹਾਂ ਭਗਤ ਜੀ ਦੱਸਦੇ ਨੇ ਮਾਇਆ ਨਾਮ ਗਰਭ ਜੋਨ ਕਾ, ਜਿਹੜਾ ਮਾਇਆ ਨਾਮ ਹੈ ਇਹ ਜੂਨਾਂ ਵਿੱਚ ਪੈਂਦਾ ਹੈ। ਤੇ ਤਜ ਦਰਸ਼ਨ ਪਾਵੋ, ਇਹਨੂੰ ਛੱਡਾਂਗੇ ਤੇ ਫਿਰ ਹੀ ਦਰਸ਼ਨ ਪ੍ਰਾਪਤ ਹੋਣਗੇ ਜੀ। ਇਤ ਕਰ ਭਗਤ ਕਰੇ ਜੋ ਜਨ, ਤਿਨ ਕੋ ਸਗਲ ਚੁਕਾਈਏ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਇਤ ਕਰ ਦਾ ਅਰਥ ਹੁੰਦਾ ਜਿਹੜੀਆਂ ਗੱਲਾਂ ਪਿੱਛੇ ਦੱਸੀਆਂ ਗਈਆਂ ਨੇ ਇਹ ਸਾਰੀਆਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੇ, ਇਹਨਾਂ ਨੂੰ ਕਰਨਾ ਕਰੇ। ਕਹਿਣ ਦੇ ਵਿੱਚ ਤੇ ਕਰਨ ਦੇ ਵਿੱਚ ਬੜਾ ਫਰਕ ਹੁੰਦਾ ਜੀ। ਕਹਿਣ ਵਿੱਚ ਤੇ ਕਰਨ ਦੇ ਵਿੱਚ ਬੜਾ ਫਰਕ ਹੈ। ਕਹਿਣ ਦੇ ਨਾਲ ਨਹੀਂ, ਕਰਨ ਦੇ ਨਾਲ। ਇਤ ਕਰ, ਇਹਨੂੰ ਕਰ। ਇਹ ਨਹੀਂ ਵੀ ਸੁਣ ਲਿਆ ਤੇ ਬੱਲੇ ਬੱਲੇ ਹੋ ਗਈ ਏ, ਜਾਂ ਕਹਿ ਦਿੱਤਾ ਤੇ ਬੱਲੇ ਬੱਲੇ ਹੋ ਗਈ ਏ, ਮੈਨੂੰ ਵੀ ਨਾਲ ਹੀ ਰੱਖਿਆ ਕਰੋ। ਜੇ ਮੈਂ ਕਹਿ ਦਿੱਤਾ ਤੇ ਬੱਲੇ ਬੱਲੇ ਹੋ ਗਈ, ਨਹੀਂ ਹੋਈ। ਭਗਤ ਜੀ ਕਹਿੰਦੇ ਤੈਨੂੰ ਵੀ ਕਰਨਾ ਪਏਗਾ। ਭਗਤ ਕਰੇ ਇਸ ਤਰ੍ਹਾਂ ਸਾਰੀਆਂ ਗੱਲਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਭਗਤੀ ਕਰੇਗਾ ਨਾ, ਜੋ ਜਨ
ਤਿੰਨ ਭਉ ਸਗਲ ਚੁਕਾਈਏ, ਤੇ ਫਿਰ ਉਹਦਾ ਜਿਹੜਾ ਭਉ ਇੰਨਾ ਇਹ ਸਾਰਾ ਦੂਰ ਹੋ ਜਾਂਦਾ। ਭਾਵ ਜੰਮਣ ਮਰਨ ਵਾਲਾ ਤੇ ਹੋਰ ਵਿਕਾਰਾਂ ਬੁਰਾਈਆਂ ਸੰਸਾਰ ਦੇ ਜਿਹੜੇ ਖਿੱਚ ਕਰਨ ਵਾਲੇ ਭਉ ਨੇ ਉਹ ਦੂਰ ਹੋ ਜਾਂਦੇ ਹਨ ਜੀ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਏ। ਹੁਣ ਭਗਤ ਨਾਮਦੇਵ ਜੀ ਸਾਨੂੰ ਇਹ ਦੱਸਦੇ ਨੇ ਵੀ ਬਾਹਰ ਕੁਝ ਵੀ ਨਹੀਂ, ਸਰੀਰ ਤੋਂ ਬਾਹਰ ਕੁਝ ਵੀ ਨਹੀਂ, ਤੇ ਸਰੀਰ ਤੋਂ ਬਾਹਰ ਕਾਹਦੇ ਲਈ ਭਰਮਾਂ ਦੇ ਵਿੱਚ ਪਿਆ ਹੋਇਆ। ਇਹ ਸੰਜਮ, ਸੰਜਮ ਦਾ ਅਰਥ ਇੱਥੇ ਮਰਿਆਦਾ ਹੋ ਗਈ ਏ। ਇਹ ਮਰਿਆਦਾ ਜਿਹੜੀ ਅੱਜ ਭਗਤ ਨਾਮਦੇਵ ਜੀ ਨੇ ਗੁਰਬਾਣੀ ਸਰੂਪ ਹੋ ਕੇ ਸਾਨੂੰ ਦੱਸੀ ਏ, ਇਹ ਮਰਿਆਦਾ ਜੀਵਨ ਦੇ ਵਿੱਚ ਧਾਰਨੀ ਪੈ ਗਈ। ਹਰ ਪਾਈਏ ਤੇ ਫਿਰ ਹਰੀ ਪਰਮਾਤਮਾ ਵਾਹਿਗੁਰੂ ਦੇ ਪ੍ਰਾਪਤੀ ਹੋਏਗੀ। ਅੱਜ ਦੇ ਲਈ ਸੰਗਤ ਨੇ ਇਤਨੀ ਕੁ ਸੇਵਾ ਜਿਹੜੀ ਏ ਉਹ ਪ੍ਰਵਾਨ ਕਰਨੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਨ, ਕਿਰਪਾ ਕਰਨ। ਆਪ ਜੀ ਦਾ ਸੁਣਿਆ ਹੋਇਆ ਤੇ ਦਾਸ ਦਾ ਵਿਚਾਰਿਆ, ਮਿਹਨਤ ਕੀਤੀ, ਭਾਈ ਸਾਹਿਬ ਜੀ ਦੀ ਬਾਣੀ ਪੜ੍ਹੀ, ਸੱਚੇ ਸਤਿਗੁਰ ਦੇ ਦਰ ਤੇ ਪ੍ਰਵਾਨ ਹੋਵੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਓ ਮੇਲ।